हेलो।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਅੰਮ੍ਰਿਤਪਾਲ ਸਿੰਘ, ਵੈਲਡਰ ਇੰਸਟ੍ਰਕਟਰ ਗਵਰਨਮੈਂਟ ITI ਕਾਦੀਆਂ ਪੰਜਾਬ। ਅੱਜ ਦਾ ਪ੍ਰੈਜੈਂਟੇਸ਼ਨ ਦਾ ਮੇਰਾ ਟੌਪਿਕ ਹੈ ਜੀ ਆਰਕ ਵੈਲਡਿੰਗ। ਸੋ ਬੇਸਿਕਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਫੈਬਰੀਕੇਸ਼ਨ ਸੈਕਟਰ ਦੇ ਵਿੱਚ ਆਰਕ ਵੈਲਡਿੰਗ ਇੱਕ ਕਾਫੀ ਇੰਪੋਰਟੈਂਟ ਪਾਰਟ ਹੈ। ਸੋ ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਸਾਡੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਮਿਸ਼ਨ ਫਤਿਹ ਦੇ ਤਹਿਤ ਇੱਕ ਆਰਟੀਕਲ ਹੈ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਹੀ ਹਦਾਇਤ ਹੈ ਕਿ ਆਪਣਾ ਹੈਂਡ ਜਿਹੜੇ ਆ ਇਹ ਵਾਸ਼ ਕਰਕੇ ਰੱਖੋ, ਕਵਰ ਆਪਣਾ ਫੇਸ ਕਰੋ ਤੇ ਜਿਹੜਾ ਡਿਸਟੈਂਸ ਹੈ ਉਹ ਬਣਾਈ ਰੱਖੋ। ਨੈਕਸਟ ਹੈ ਜੀ ਆਰਕ ਵੈਲਡਿੰਗ। ਸੋ ਬੇਸਿਕਲੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਰਕ ਵੈਲਡਿੰਗ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਮੀਨਿੰਗ ਦੇਖਾਂਗੇ ਕਿ ਵੈਲਡਿੰਗ ਦਾ ਮਤਲਬ ਕੀ ਹੈ। ਜਿਸ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਕਿਸੇ ਵੀ ਚੀਜ਼ ਨੂੰ ਜੋੜ ਦਿੰਦੇ ਹਾਂ ਤਾਂ ਆਪਾਂ ਕਹਿ ਦਿੰਦੇ ਕਿ ਸਾਡੀ ਇਹ ਵੈਲਡਿੰਗ ਹੋ ਗਈ। ਬਟ ਬੇਸਿਕਲੀ ਵੈਲਡਿੰਗ ਦੇ ਵਿੱਚ ਕੀ ਹੈ ਕਿ ਅਸੀਂ ਦੋ ਪਾਰਟਸ ਨੂੰ ਜੁਆਇਨ ਕਰਨਾ ਹੈ ਬਾय द ਐਪਲੀਕੇਸ਼ਨ ਆਫ ਹੀਟ ਔਰ ਪ੍ਰੈਸ਼ਰ। ਜਾਂ ਆਪਾਂ ਉਚਿਤ ਤਾਪਮਾਨ ਦੇ ਨਾਲ ਕਰੀਏ ਜਾਂ ਆਪਾਂ ਇਹਨੂੰ ਕਿਸੇ ਹਾਈ ਪ੍ਰੈਸ਼ਰ ਦੇ ਉੱਪਰ ਕਿਸੇ ਨੂੰ ਜੋੜੀਏ, ਉਸ ਨੂੰ ਆਪਾਂ ਕਹਿੰਦੇ ਆ ਵੈਲਡਿੰਗ। ਵੈਲਡਿੰਗ ਜਿਹੜਾ ਸਾਡਾ ਬਹੁਤ ਹੀ ਜਿਹੜਾ ਪੁਰਾਣਾ ਪ੍ਰੋਸੈਸ ਹੈ, ਜਿਹੜਾ ਕਿ 1801 ਈਸਵੀ ਦੇ ਵਿੱਚ 1801 ਦੇ ਵਿੱਚ ਸਰ ਹੈਮਡਰੇ ਡੇਵੀ ਨੇ ਸਟਾਰਟ ਕੀਤੀ ਸੀਗੀ। ਉਹਨਾਂ ਨੇ ਇਹਦੀ ਖੋਜ ਕੀਤੀ ਸੀਗੀ। ਬਿਜਲੀ ਦੀ ਆਰਕ ਦੀ ਖੋਜ ਜਿਹੜੀ ਸੀਗੀ 1801 ਈਸਵੀ ਦੇ ਵਿੱਚ ਹੋਈ ਸੀਗੀ, ਜਿਹੜੀ ਕਿ 1925 ਤੱਕ ਇਹਦੀ ਰਿਸਰਚ ਜਿਹੜੀ ਆ ਕੰਟੀਨਿਊਟੀ ਚੱਲਦੀ ਆਈ। ਸੋ ਕੰਟੀਨਿਊਟੀ ਰਿਸਰਚ ਜਦੋਂ ਵੈਲਡਿੰਗ ਦੀ ਹੁੰਦੀ ਰਹੀ ਤਾਂ ਉਹਦੇ ਵਿੱਚ ਸਾਨੂੰ ਕਾਫੀ ਸਾਰੀਆਂ ਜਿਹੜੀਆਂ ਵਾ ਹੋਰ ਡਿਫਰੈਂਟ ਟਾਈਪਸ ਦੀਆਂ ਵੈਲਡਿੰਗ ਜਿਹੜੀਆਂ ਨੇ ਉਹ ਸਾਨੂੰ ਇਹਦੇ ਵਿੱਚ ਮਿਲੀਆਂ। ਸੋ ਵੈਲਡਿੰਗ ਜਿਹੜੀ ਹੈ ਸਾਡੀ ਡਿਫਰੈਂਟ ਪ੍ਰੋਸੈਸ ਦੇ ਵਿੱਚ ਆਪਾਂ ਇਹਨੂੰ ਸੈਕਸ਼ਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਜਿਸ ਤਰੀਕੇ ਨਾਲ ਆਪਾਂ ਦੇਖੀਏ ਆਟੋਮੋਬਾਈਲ ਸੈਕਸ਼ਨ ਹੈ ਸਾਡਾ ਇੱਕ, ਜਾਂ ਸਟਰਕਚਰ ਵੈਲਡਿੰਗ ਹੈ ਜਿੱਥੇ ਸਾਡਾ ਕਾਫੀ ਵੱਡੇ ਵੱਡੇ ਸਟਰਕਚਰ ਬਣ ਰਹੇ ਨੇ, ਬਿਲਡਿੰਗਸ ਬਣ ਰਹੀਆਂ ਨੇ ਜਾਂ ਬ੍ਰਿਜਸ ਬਣ ਰਹੇ ਨੇ, ਉਹਨਾਂ ਦੇ ਵਿੱਚ ਵੀ ਸਾਨੂੰ ਵੈਲਡਿੰਗ ਦੀ ਜ਼ਰੂਰਤ ਪੈਂਦੀ ਹੈ। ਸਾਡੀ ਜਨਰਲ ਮਸ਼ੀਨਰੀ ਹੈ, ਜਿਸ ਤਰ੍ਹਾਂ ਆਪਾਂ ਡੇਲੀ ਯੂਜ਼ ਦੇ ਵਿੱਚ ਮਸ਼ੀਨਰੀ ਯੂਜ਼ ਕਰਦੇ ਹਾਂ, ਉੱਥੇ ਵੀ ਸਾਨੂੰ ਦੋ ਕੰਪੋਨੈਂਟਸ ਨੂੰ ਆਪਸ ਦੇ ਵਿੱਚ ਜੋੜਨ ਵਾਸਤੇ, ਸਪੋਜ਼ ਕੋਈ ਵੀ ਕੰਪੋਨੈਂਟ ਹੈ ਸਾਡਾ, ਉਹਨੂੰ ਆਪਾਂ ਨੇ ਜੋੜਨਾ ਹੈ, ਉਹਦੇ ਵਾਸਤੇ ਵੀ ਸਾਨੂੰ ਜਿਹੜੀ ਹੈ ਉਹ ਵੈਲਡਿੰਗ ਦੀ ਜਿਹੜੀ ਹੈ ਉਹ ਜ਼ਰੂਰਤ ਪੈਂਦੀ ਹੈ। ਸੋ ਬੇਸਿਕਲੀ ਰਿਪੇਅਰ ਸੈਕਸ਼ਨ ਦੇ ਵਿੱਚ ਵੀ ਹੈ, ਜਿੱਦਾਂ ਆਪਣੇ ਕੋਲ ਕੋਈ ਕੰਮ ਕਰ ਰਹੇ ਆ, ਕੋਈ ਚੀਜ਼ ਟੁੱਟ ਜਾਂਦੀ ਹੈ ਬਟ ਆਪਾਂ ਉਹ ਨਵੀਂ ਚੀਜ਼ ਨੂੰ ਨਹੀਂ ਖਰੀਦ ਸਕਦੇ, ਆਪਾਂ ਅਫੋਰਡੇਬਲ ਪ੍ਰਾਈਸ ਦੇ ਵਿੱਚ ਉਸ ਚੀਜ਼ ਨੂੰ ਦੁਬਾਰਾ ਰਿਪੇਅਰ ਕਰ ਸਕਦੇ ਹਾਂ, ਆਪਾਂ ਉਸ ਚੀਜ਼ ਨੂੰ ਦੁਬਾਰਾ ਜੋੜ ਸਕਦੇ ਹਾਂ, ਕਿਹਦੇ ਨਾਲ? ਵਿਦ ਦ ਹੈਲਪ ਆਫ ਵੈਲਡਿੰਗ। ਸੋ ਵੈਲਡਿੰਗ ਜਿਹੜੀ ਹੈ ਇੱਕ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਜਿਹੜਾ ਸਾਡਾ, ਕਿ ਆਪਾਂ ਕਿਸੇ ਚੀਜ਼ ਨੂੰ, ਕੰਪੋਨੈਂਟ ਨੂੰ ਆਪਸ ਦੇ ਵਿੱਚ ਇਹ ਜੋੜ ਸਕਦੇ ਹਾਂ, ਜਿਹੜੀ ਖੋਜ ਕੀਤੀ ਗਈ ਇਹਦੇ ਵਿੱਚ। ਸੋ ਉਸ ਤੋਂ ਨੈਕਸਟ ਵਨ ਇਜ਼ ਦੀ ਆਰਕ। ਸੋ ਆਰਕ ਕੀ ਚੀਜ਼ ਹੈ? ਵੈਲਡਿੰਗ ਦਾ ਆਪਾਂ ਨੂੰ ਪਤਾ ਚੱਲ ਗਿਆ ਕਿ ਦੋ ਕੰਪੋਨੈਂਟ ਨੂੰ ਆਪਸ ਦੇ ਵਿੱਚ ਜੋੜਨਾ ਹੈ ਵਿਦ ਦ ਹੈਲਪ ਆਫ ਹੀਟ ਔਰ ਪ੍ਰੈਸ਼ਰ। ਸੋ ਆਰਕ ਕੀ ਚੀਜ਼ ਹੈ ਕਿ ਜਦੋਂ ਆਪਾਂ ਵਰਕ ਪੀਸ ਤੇ ਇਲੈਕਟ੍ਰੋਡ ਦੇ ਵਿੱਚ ਗੈਪ ਜਿਹੜੀ ਆਏਗਾ, ਜੋ arc is like a flame of intensive heat that is generate the electrical current pass through high resistant air gap। ਜਦੋਂ ਆਪਣੇ ਕੋਲ ਸਰਕਟ ਕੰਪਲੀਟ ਹੈ, ਆਪਾਂ ਮਸ਼ੀਨ ਚ ਔਨ ਕੀਤੀ ਹੈ, ਸਾਡੇ ਕੋਲ ਇੱਕ ਵਨ ਇਜ਼ ਨੋਡ ਐਂਡ ਸੈਕੰਡ ਇਜ਼ ਕੈਥੋਡ, ਇੱਕ ਸਾਡੇ ਕੋਲ ਪੋਜ਼ਿਟਿਵ ਟਰਮੀਨਲ ਆ, ਇੱਕ ਨੈਗੇਟਿਵ ਟਰਮੀਨਲ ਆ, ਦੋਨੇ ਆਪਸ ਵਿੱਚ ਜੋੜੇ ਨੇ। ਜਦੋਂ ਆਪਾਂ ਵਰਕ ਪੀਸ ਨੂੰ ਨੈਗੇਟਿਵ ਚਾਰਜ ਦਿੱਤਾ ਹੋਇਆ, ਇਲੈਕਟ੍ਰੋਨ ਨੂੰ ਪੋਜ਼ਿਟਿਵ ਚਾਰਜ ਦਿੱਤਾ ਹੈ, ਤੇ ਜਦੋਂ ਆਪਾਂ ਏਅਰ ਦੇ ਵਿੱਚ ਉਹਦੇ ਉੱਪਰ ਨਾਲ ਟੱਚ ਕਰਾਂਗੇ ਤਾਂ ਉਸ ਟਾਈਮ ਤੇ ਜਿਹੜਾ ਗੈਪ ਦੇ ਵਿੱਚ ਜਨਰੇਟ ਹੋਏਗੀ ਉਹਨੂੰ ਕਹਾਂਗੇ ਆਰਕ। ਸੋ ਆਰਕ ਇਜ਼ ਜਨਰੇਟਡ। ਸੋ ਦਿਸ ਵਨ ਇਜ਼ ਦਾ ਬੇਸਿਕ ਪ੍ਰਿੰਸੀਪਲ ਆਫ ਆਰਕ ਵੈਲਡਿੰਗ। ਸੋ ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ ਇੱਕ ਪਾਵਰ ਸੋਰਸ ਹੈ ਜਿਹਦੇ ਵਿੱਚ ਸਪਲਾਈ ਜਿਹੜੀ ਹੈ, ਸਾਨੂੰ ਬਿਜਲੀ ਦੀ ਸਪਲਾਈ ਜਿਹੜੀ ਆ ਰਹੀ ਹੈ। ਸੋ ਬਿਜਲੀ ਸਪਲਾਈ ਬੇਸਿਕਲੀ ਆ ਹੀਟ, ਬੇਸਿਕਲੀ ਆ ਇਲੈਕਟ੍ਰੀਕਲ ਐਨਰਜੀ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਇਲੈਕਟ੍ਰੀਕਲ ਜਿਹੜੀ ਆ ਉਹ ਕਨਵਰਟ ਹੁੰਦੀ ਹੈ ਹੀਟ ਦੀ એનર્ਜੀ ਦੇ ਵਿੱਚ, ਹੀਟ ਦੀ ਫਾਰਮ ਦੇ ਵਿੱਚ। ਸੋ ਆਪਾਂ ਦੇਖ ਰਹੇ ਹਾਂ ਕਿ ਪਾਵਰ ਸੋਰਸ ਹੈ ਸਾਡੇ ਕੋਲ, ਜਿਹੜਾ ਕਿ AC ਵੀ ਹੋ ਸਕਦਾ, ਅਲਟਰਨੇਟਿਵ ਕਰੰਟ ਵੀ ਹੋ ਸਕਦਾ, ਤੇ ਸਾਡੇ ਕੋਲ ਡਾਇਰੈਕਟਰ ਕਰੰਟ ਵੀ ਹੋ ਸਕਦਾ। ਸੋ ਉਹਦੇ ਵਾਸਤੇ ਕੀ ਹੈ ਕਿ ਆਪਣੇ ਕੋਲ ਇੱਕ ਪਾਵਰ ਸੋਰਸ ਟਰਮੀਨਲ ਆਪਾਂ ਯੂਜ਼ ਕੀਤਾ,
ਜਿਹਨੂੰ ਇੱਕ ਸਾਈਡ ਤੇ ਆਪਣੇ ਕੋਲ ਵਾਇਰ ਦੇ ਨਾਲ ਇੱਕ ਇਲੈਕਟ੍ਰੋਡ ਹੋਲਡਰ ਹੈ ਸਾਡਾ, ਉਹਦੇ ਨਾਲ ਟੱਚ ਕਨੈਕਟ ਕੀਤਾ ਹੋਇਆ। ਉਸ ਤੋਂ ਬਾਅਦ ਸੈਕਿੰਡ ਇਹਨੂੰ ਆਪਾਂ ਨੇ ਵਰਕਪੀਸ ਦੇ ਨਾਲ ਕਨੈਕਟ ਕੀਤਾ ਹੈ। ਸੋ ਪੋਜ਼ਿਟਿਵ ਟਰਮੀਨਲ ਜਾਂ ਨੈਗੇਟਿਵ ਟਰਮੀਨਲ, ਇਹ ਡਿਪੈਂਡ ਅਪਨ ਦਾ ਕੰਡੀਸ਼ਨ ਐਂਡ ਟਾਈਪ ਵਿਚ ਟਾਈਪ ਆਫ ਮੈਟਲ ਯੂ ਹੈਵ ਟੂ ਵੈਲਡ। ਤੁਸੀਂ ਕਿਸ ਤਰੀਕੇ ਦੀ ਮੈਟਲ ਜਿਹੜੀ ਆ ਉਹ ਵੈਲਡ ਕਰਨੀ ਆ, ਉਹਦੇ ਅਕੋਰਡਿੰਗ ਤੁਸੀਂ ਇਹਨੂੰ ਸੈੱਟ ਕਰ ਸਕਦੇ ਜੀ। ਸੋ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਸਪਲਾਈ ਜਿਹੜੀ ਆ ਉਹ ਆਪਾਂ ਕਨੈਕਟ ਕੀਤੀ ਹੋਈ ਹੈ, ਇੱਕ ਇਲੈਕਟ੍ਰੋਡ ਨੂੰ ਦਿੱਤੀ ਹੋਈ ਹੈ। ਇਲੈਕਟ੍ਰੋਡ ਸਾਡਾ ਡਿਫਰੈਂਟ ਟਾਈਪ ਦੇ ਇਲੈਕਟ੍ਰੋਡ ਨੇ, ਠੀਕ ਹੈ ਜੀ। ਜਿਸ ਤਰੀਕੇ ਦੀ ਕੰਡੀਸ਼ਨ ਹੈ ਉਹਦੇ ਅਕੋਰਡਿੰਗ ਆਪਾਂ ਇਲੈਕਟ੍ਰੋਡ ਯੂਜ਼ ਕਰ ਲਵਾਂਗੇ। ਸੋ ਇਲੈਕਟ੍ਰੋਡ ਹੋਲਡਰ ਨੂੰ ਯੂਜ਼ ਕਰਕੇ ਆਪਾਂ ਪਹਿਲਾਂ ਆਪਣੇ ਕੋਲ ਆਏਗੀ ਪਾਵਰ ਸਪਲਾਈ, ਉਹਨੂੰ ਆਪਾਂ ਨੇ ਵਾਇਰ ਦੇ ਨਾਲ ਕਨੈਕਟ ਕੀਤਾ ਹੈ ਇਲੈਕਟ੍ਰੋਡ ਹੋਲਡਰ ਦੇ ਨਾਲ। ਇਲੈਕਟ੍ਰੋਡ ਹੋਲਡਰ ਤੋਂ ਅੱਗੇ ਆਪਾਂ ਨੇ ਫਰਦਰ ਇਲੈਕਟ੍ਰੋਡ ਯੂਜ਼ ਕੀਤਾ ਹੋਇਆ ਜੀ। ਉਸ ਤੋਂ ਹੈ ਕਿ ਆਰਕ ਵਾਇਲ ਟਾਈਪ ਤੇ ਹੈ ਸਾਡੇ ਕੋਲ ਅਰਥਿੰਗ ਟਾਈਪ ਜਿਹੜੀ ਉਹ ਆਪਾਂ ਮੈਟਲ ਨੂੰ ਦਿੱਤੀ ਹੋਈ ਹੈ, ਜਿਹਦੇ ਨਾਲ ਆਪਣਾ ਜਿਹੜਾ ਸਰਕਟ ਕੰਪਲੀਟ ਕਰਨਾ ਹੈ। ਸੋ ਆਪਾਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਰੈੱਡ ਵਾਲਾ ਜਿਹੜੀ ਹੈਗੀ ਆਪਣੇ ਕੋਲ ਉਹ ਸਾਡੀ ਜਿਹੜੀ ਆ ਉਹ ਆਰਕ ਏਰੀਆ ਉਹ ਜਨਰੇਟ ਹੋਈ। ਸੋ ਜੇਕਰ ਆਪਾਂ ਗੱਲ ਕਰੀਏ ਪਾਰਟਸ ਨੂੰ ਜੁਆਇਨ ਕਰਨ ਦੀ, ਤਾਂ ਉਹਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੀ ਵੈਲਡਿੰਗ ਆਏਗੀ। ਵਨ ਇਜ਼ ਆਟੋਜੀਨੀਅਸ ਵੈਲਡਿੰਗ ਐਂਡ ਸੈਕਿੰਡ ਇਜ਼ ਹੀਟਰੋਜੀਨੀਅਸ ਵੈਲਡਿੰਗ। ਜੇ ਆਪਾਂ ਗੱਲ ਕਰੀਏ ਆਟੋਜੀਨੀਅਸ ਵੈਲਡਿੰਗ ਦੀ, ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਇਸ ਟਾਈਪ ਦੀ ਵੈਲਡਿੰਗ ਵਿੱਚ ਦੋ ਇੱਕ ਹੀ ਪ੍ਰਕਾਰ ਦੀਆਂ ਜਿਹੜੀਆਂ ਧਾਤੂ ਹੁੰਦੀਆਂ ਨੇ ਸਾਡੇ ਕੋਲ, ਉਹਨਾਂ ਨੂੰ ਆਪਾਂ ਫਿਲਰ ਰੋਡ ਦੀ ਸਹਾਇਤਾ ਦੇ ਨਾਲ ਜੋੜਨਾ ਹੁੰਦਾ। ਸੋ ਇਸ ਟਾਈਪ ਦੇ ਵਿੱਚ ਵੈਲਡਿੰਗ ਨੂੰ ਆਪਾਂ ਕਹਾਂਗੇ ਆਟੋਜੀਨੀਅਸ ਵੈਲਡਿੰਗ। ਸੋ ਜੇਕਰ ਆਪਣੇ ਕੋਲ ਵੈਲਡਿੰਗ ਦੇ ਵਿੱਚ ਦੋ ਵੱਖ-ਵੱਖ ਪ੍ਰਕਾਰ ਦੀਆਂ ਧਾਤੂ ਨੇ, ਜਿੱਦਾਂ ਕਿ ਸਪੋਜ਼ ਕਰੋ ਇੱਕ ਮੈਟਲ ਹੈ ਆਪਣੇ ਕੋਲ ਬਰਾਸ ਦੀ ਹੈ, ਦੂਜੀ ਕਾਪਰ ਦੀ ਹੈ, ਠੀਕ ਹੈ ਜੀ। ਆਪਾਂ ਉਹਨਾਂ ਨੂੰ ਜੁਆਇਨ ਕਰਨਾ ਹੈ, ਠੀਕ ਹੈ ਜੀ। ਉਸ ਟਾਈਪ ਤੇ ਆਪਾਂ ਵੈਲਡਿੰਗ ਨੂੰ ਯੂਜ਼ ਕਰਾਂਗੇ ਹੀਟਰੋਜੀਨੀਅਸ ਵੈਲਡਿੰਗ। ਸੋ ਬੇਸਿਕਲੀ ਆਰਕ ਵੈਲਡਿੰਗ ਦੇ ਵਿੱਚ ਆਪਣਾ ਜਿਹੜਾ ਕਨਸੈਪਟ ਹੈ ਉਹ ਯੂਜ਼ ਕਿਸ ਤਰ੍ਹਾਂ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਆਰਕ ਵੈਲਡਿੰਗ ਜਿਹੜੀ ਉਹ ਕੰਮ ਕਰਦੀ ਹੈ। ਸੋ ਆਰਕ ਵੈਲਡਿੰਗ ਜਿਹੜਾ ਇੱਕ ਪ੍ਰੋਸੈਸ ਹੈ, ਜਦੋਂ ਆਪਾਂ ਦੋ ਮੈਟਲ ਨੂੰ ਜੁਆਇਨ ਕਰਨਾ ਹੈ, ਉਹਨਾਂ ਦੇ ਵਿੱਚ ਸਰਕਟ ਕੰਪਲੀਟ ਹੁੰਦਾ, ਤਾਂ ਉਹਨਾਂ ਦੇ ਵਿੱਚ ਉਹ ਜਿਹੜੀ ਮੈਟਲ ਹੈ ਸਾਡੀ ਉਹ ਕੀ ਕਰਦੀ ਹੈ, ਮੈਲਟ ਕਰਦੀ ਹੈ ਵਿਦ ਦ ਹੈਲਪ ਆਫ ਹੀਟ। ਹੀਟ ਦੇ ਨਾਲ ਉਹ ਮੈਲਟ ਹੋ ਗਈ, ਉਸ ਜਗ੍ਹਾ ਤੇ ਉਹ ਇੱਕ ਮੋਲਟਨ ਪੂਲ ਬਣ ਜਾਂਦਾ। ਮੋਲਟਨ ਪੂਲ ਜਿਹੜਾ ਸਾਡਾ ਉਹ ਇੱਕ ਸਾਡੀ ਜਿਹੜੀ ਧਾਤੂ ਹੈ ਉਹੀ ਪਿਘਲੀ ਹੁੰਦੀ ਹੈ, ਪਲੱਸ ਜਿਹੜਾ ਸਾਡੇ ਕੋਲ ਇਲੈਕਟ੍ਰੋਡ ਹੁੰਦਾ ਉਹ ਪਿਘਲਿਆ ਹੁੰਦਾ। ਉਹਨਾਂ ਦੇ ਨਾਲ ਕੀ ਹੈ, ਜਦੋਂ ਆਪਾਂ ਸਟ੍ਰਾਈਕ ਕਰਦੇ ਹਾਂ ਤਾਂ ਉਸ ਵੇਲੇ ਜਿਹੜਾ ਉਹ ਮੋਟਲ ਜਿਹੜਾ ਉਹ ਮੈਲਟਨ ਪੂਲ ਹੈ ਉਹ ਜਨਰੇਟ ਹੋ ਜਾਂਦਾ। ਦਾ ਕੋਰ ਵਾਇਰ ਕੰਡਕਟ ਇਲੈਕਟ੍ਰਿਕ ਕਰੰਟ ਟੂ ਦਾ ਆਰਕ ਐਂਡ ਪ੍ਰੋਵਾਈਡ ਫਿਲਰ ਮੈਟਲ ਫॉर ਦਾ ਜੁਆਇੰਟ। ਬੇਸਿਕਲੀ ਕਈ ਜਗ੍ਹਾ ਤੇ ਆਪਾਂ ਦੇਖਦੇ ਹਾਂ ਕਿ ਆਪਾਂ ਨਾਨ ਕੰਜ਼ਿਊਮੇਬਲ ਇਲੈਕਟ੍ਰੋਡ ਯੂਜ਼ ਕਰਨਾ ਹੈ। ਜਿਸ ਜਗ੍ਹਾ ਤੇ ਅਸੀਂ ਨਾਨ ਕੰਜ਼ਿਊਮੇਬਲ ਇਲੈਕਟ੍ਰੋਡ ਯੂਜ਼ ਕਰ ਰਹੇ ਹਾਂ, ਉਸ ਜਗ੍ਹਾ ਦੇ ਉੱਪਰ ਸਾਨੂੰ ਕੀ ਆ, ਐਕਸਟਰਾ ਫਿਲਰ ਰੋਡ ਬਾਹਰੋਂ ਦੇਣ ਦੀ ਜ਼ਰੂਰਤ ਪੈਂਦੀ ਹੈ, ਤਾਂ ਜੋ ਸਾਡਾ ਜਿਹੜਾ ਉਹ ਮੈਟਲ ਹੈ ਉਹ ਜਿੱਥੇ ਆਪਾਂ ਜੁਆਇੰਟ ਲਗਾ ਰਹੇ ਹਾਂ, ਜਿਹੜਾ ਸਾਡਾ ਮੈਟਲ ਹੈ ਉਹ ਤਾਂ ਪਿਘਲ ਰਿਹਾ, ਪਲੱਸ ਉਹਦੇ ਨਾਲ ਉਹਨੂੰ ਐਕਸਟਰਾ ਸਟਰੈਂਥ ਦੇਣ ਵਾਸਤੇ ਸਾਨੂੰ ਬਾਹਰੋਂ ਫਿਲਰ ਰੋਡ ਦੀ ਜ਼ਰੂਰਤ ਪੈਂਦੀ ਹੈ। ਸੋ ਇਲੈਕਟ੍ਰੋਡ ਹੋਲਡਰ ਜਿਹੜਾ ਸਾਡਾ ਇੱਕ ਬਹੁਤ ਹੀ ਐਸੈਂਸ਼ੀਅਲ ਮੈਟਲ ਕਲੈਂਪ ਹੈ, ਜਿਸ ਤੋਂ ਬਿਨਾਂ ਆਪਾਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ। ਬੇਸਿਕਲੀ ਆਪਾਂ ਵੇਖਦੇ ਹਾਂ ਕਿ ਜਿਹੜਾ ਇਲੈਕਟ੍ਰੋਡ ਹੋਲਡਰ ਹੈ ਉਹ ਸਾਡਾ ਇਲੈਕਟ੍ਰੋਡ ਹੈ ਉਹਨੂੰ ਕੈਰੀ ਕਰਦਾ, ਠੀਕ ਹੈ, ਤਾਂ ਜੋ ਆਪਾਂ ਬਾਹਰੋਂ ਜਿਹੜੀ ਸਾਡੀ ਇਨਸੂਲੇਸ਼ਨ ਉਹਦੇ ਉੱਤੇ ਲੱਗੀ ਹੁੰਦੀ ਹੈ, ਤਾਂ ਜੋ ਅਸੀਂ ਉਹਨੂੰ ਪਕੜ ਸਕੀਏ, ਤਾਂ ਈਜ਼ੀਲੀ ਸੇਫ ਹੋਲਡ ਕਰਕੇ ਜਿਹੜਾ ਇਲੈਕਟ੍ਰੋਡ ਆ ਉਹਨੂੰ ਈਜ਼ੀਲੀ ਹੋਲਡ ਕਰ ਸਕੀਏ, ਤਾਂ ਜੋ ਸਾਡਾ ਜਿਹੜਾ ਵੈਲਡਿੰਗ ਪ੍ਰੋਸੈਸ ਹੈ ਉਹ ਕੰਪਲੀਟ ਹੋ ਸਕੇ। ਉਸ ਤੋਂ ਨੈਕਸਟ ਹੈ ਜੀ, ਦੀ ਹੀਟ ਆਫ ਦਾ ਆਰਕ ਮੈਲਟ ਦੀ ਕੋਰ ਵਾਇਰ ਐਂਡ ਦਾ ਫਲਕਸ ਕਵਰਿੰਗ ਦਾ ਇਲੈਕਟ੍ਰੋਡ ਟਿਪ ਇਨਟੂ ਦਾ ਮੈਟਲ ਡ੍ਰੌਪਲੇਟਸ। ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਇਲੈਕਟ੍ਰੋਡ ਆ, ਆਪਣੇ ਕੋਲ MS ਦਾ ਇਲੈਕਟ੍ਰੋਡ ਹੈ ਜਾਂ ਸਾਡੇ ਕੋਲ ਬਰਾਸ ਦਾ ਇਲੈਕਟ੍ਰੋਡ ਆ, ਉਹਨੂੰ ਆਪਾਂ ਨੇ ਡਿਫਰੈਂਟ ਫਿਲਰ ਮੈਟਲ ਦੇ ਨਾਲ ਉਹਨੂੰ ਆਪਾਂ ਨੇ ਜਿਹੜਾ ਸਾਡੇ ਕੋਲ ਇਲੈਕਟ੍ਰੋਡ ਆ ਉਹਨੂੰ ਆਪਾਂ ਨੇ ਕਵਰ ਕੀਤਾ ਹੁੰਦਾ ਫਲਕਸ ਦੇ ਨਾਲ। ਉਹ ਕੀ ਕਰਦਾ ਕਿ ਜਦੋਂ ਸਾਡਾ ਮੈਟਲ ਜਿਹੜੀ ਆ ਉਹ ਸਟ੍ਰਾਈਕ ਕਰਦੀ ਹੈ, ਉਹ ਨਾਲ ਟੱਚ ਕਰਦੀ ਹੈ, ਤਾਂ ਉਹ ਜਿਹੜੀ ਮੈਟਲ ਹੈ ਉਹਦਾ ਰੇਟ ਪਲੱਸ ਜਿਹੜਾ ਸਾਡਾ ਇਲੈਕਟ੍ਰੋਡ ਆ ਉਹਦਾ ਰੇਟ ਜਿਹੜਾ ਵਾ ਉਹ ਮਿਲ ਕੇ ਇੱਕ ਬੀਡ ਬਣਾ ਦਿੰਦੇ ਨੇ, ਇੱਕ ਜੁਆਇੰਟ ਜਿਹੜਾ ਉਹ ਬਣਾ ਦਿੰਦੇ। ਸੋ ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਹੈ ਕਿ ਜਿਹੜਾ ਇਲੈਕਟ੍ਰੋਡ ਹੋਲਡਰ ਹੈ ਉਹ ਪ੍ਰੋਪਰ ਵੇ ਦੇ ਨਾਲ ਸਾਡਾ ਇਨਸੂਲੇਟ ਹੋਣਾ ਚਾਹੀਦਾ, ਤਾਂ ਜੋ ਸਾਨੂੰ ਜਰਕ ਵਗੈਰਾ ਜਾਂ ਕਰੰਟ ਜਾਂ ਕੋਈ ਐਕਸਟਰਾ ਜਿਹੜੇ ਉਹਦੇ ਤੇ ਕੋਈ ਵੀ ਨੁਕਸਾਨ ਜਿਹੜਾ ਉਹ ਸਾਡਾ ਨਾ ਹੋ ਸਕੇ। ਸੋ ਆਰਕ ਵੈਲਡਿੰਗ ਦੇ ਵਿੱਚ ਆਪਾਂ ਇਹਨੂੰ ਸਟਿਕ ਵੈਲਡਿੰਗ ਵੀ ਕਹਿੰਦੇ ਆ। ਸਟਿਕ ਵੈਲਡਿੰਗ ਕਿਉਂ ਕਹਿੰਦੇ ਆ ਕਿ ਬੇਸਿਕਲੀ ਜਿਹੜਾ ਸਾਡਾ ਰੋਡ ਹੈ ਇੱਕ ਸਟਿਕ ਦੀ ਫਾਰਮ ਦੇ ਵਿੱਚ ਹੈ, ਠੀਕ ਹੈ ਜੀ, ਜਿਹਦੇ ਨਾਲ ਆਪਾਂ ਵੈਲਡਿੰਗ ਕਰਦੇ ਹਾਂ।
ਉਸ ਦੇ ਨਾਲ ਕੀ ਹੈ ਕਿ ਜਿਹੜਾ ਇਹਦਾ ਯੂਜ਼ ਹੁੰਦਾ ਉਹ ਇੱਕ ਕਵਰ ਇਲੈਕਟ੍ਰੋਡ ਹੁੰਦਾ, ਆਪਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕਵਰਡ ਇਲੈਕਟ੍ਰੋਡ ਆ, ਹੋਲਡਰ ਆ, ਉਹਦੇ ਵਿੱਚ ਇਲੈਕਟ੍ਰੋਡ ਨੂੰ ਪਾਇਆ ਹੋਇਆ ਜਿਹੜਾ ਕਿ ਵਰਕ ਪੀਸ ਦੇ ਨਾਲ ਕੰਟੈਕਟ ਕਰੇਗਾ। ਉਸ ਦੇ ਲਈ ਸਾਨੂੰ ਜਿਹੜਾ ਸ਼ੀਲਡਿੰਗ ਪਰਪਸ ਵਾਸਤੇ ਜਿਹੜਾ ਵਾ ਇਲੈਕਟ੍ਰੋਡ ਜਿਹੜਾ ਆਪਾਂ ਉਹਨੂੰ ਕਵਰ ਕੀਤਾ ਹੋਇਆ ਬੇਸਿਕਲੀ, ਕਿ ਤਾਂ ਜੋ ਜਿਹੜਾ ਇਲੈਕਟ੍ਰੋਡ ਆ ਉਹ ਕਵਰ ਹੋਏ, ਜਿਹੜੀਆਂ ਬਾਹਰ ਦੀਆਂ ਗੈਸਿਸ ਨੇ ਉਹਨਾਂ ਤੋਂ ਸਾਨੂੰ ਬਚਾ ਸਕੇ। ਕਿਉਂਕਿ ਜਦੋਂ ਆਪਾਂ ਵੈਲਡਿੰਗ ਕਰਾਂਗੇ ਤਾਂ ਉਹਦੇ ਵਿੱਚ ਜਿਹੜੀਆਂ ਗੈਸਿਸ ਆ ਉਹ ਆਕਸੀਡਾਈਜ਼ ਕਰਨਗੀਆਂ ਉਹਨੂੰ, ਤਾਂ ਜਿਹੜਾ ਸਾਡਾ ਵੈਲਡਿੰਗ ਆ ਉਹ ਜੇਕਰ ਫਲਕਸ ਨਹੀਂ ਹੋਏਗਾ ਤਾਂ ਉਹ ਸ਼ੀਲਡਿੰਗ ਪ੍ਰੋਵਾਈਡ ਨਹੀਂ ਹੋ ਪਾਏਗੀ ਜਿਹੜੀ ਸਾਡੀ ਮੈਟਲ ਤੇ ਜਿਹੜਾ ਸਾਡਾ ਇਲੈਕਟ੍ਰੋਡ ਆ ਉਹਦੇ ਵਿੱਚ। ਸੋ ਉਸ ਚੀਜ਼ ਨੂੰ ਕਰਨ ਵਾਸਤੇ ਸਾਨੂੰ ਫਲਕਸ ਦੀ ਜ਼ਰੂਰਤ ਪੈਂਦੀ ਹੈ। ਸੋ ਤੋਂ ਆਪਾਂ ਬੇਸਿਕਲੀ ਵੇਖਿਆ ਕਿ ਇੱਕ ਸਾਡੇ ਕੋਲ ਰੋਡ ਹੈ, ਅੰਦਰ ਜਿਹੜੀ ਫਿਲਰ ਮੈਟਲ ਉਸ ਦੇ ਉੱਪਰ ਆਪਾਂ ਨੇ ਫਲਕਸ ਦੀ ਕੋਟਿੰਗ ਕੀਤੀ ਹੋਈ ਹੈ। ਸੋ ਇਸ ਟਾਈਪ ਦੀ ਵੈਲਡਿੰਗ ਦੇ ਵਿੱਚ, ਆਰਕ ਵੈਲਡਿੰਗ ਦੇ ਵਿੱਚ ਸਾਨੂੰ ਪ੍ਰੈਸ਼ਰ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਸਭ ਤੋਂ ਮੇਨ ਚੀਜ਼ ਇਹ ਹੈ, ਆਪਾਂ ਸਿਰਫ ਇਹਦੇ ਵਿੱਚ ਕੀ ਹੈ, ਜਿਹੜੀ ਇਲੈਕਟ੍ਰੀਕਲ એનર્ਜੀ ਆ ਉਹ ਹੀਟ એનર્ਜੀ ਦੇ ਵਿੱਚ ਕਨਵਰਟ ਹੋ ਕੇ ਜਿਹੜਾ ਜੁਆਇੰਟ ਲਗਾਉਂਦੀ ਹੈ। ਬਟ ਇਸ ਕੇਸ ਦੇ ਵਿੱਚ ਸਾਨੂੰ ਪ੍ਰੈਸ਼ਰ ਨਹੀਂ ਪੈਂਦੀ, ਪ੍ਰੈਸ਼ਰ ਦੀ ਜ਼ਰੂਰਤ ਸਾਨੂੰ ਪਏਗੀ ਸਪੌਟ ਵੈਲਡਿੰਗ ਵਗੈਰਾ ਦੇ ਵਿੱਚ। ਸੋ ਫਿਲਰ ਮੈਟਲ ਇਜ਼ obtained from the electrode। ਜਿਹੜਾ ਫਿਲਰ ਮੈਟਲ ਹੈ ਗੱਲ ਕੀਤੀ ਹੈ ਕਿ ਜਿਹਦੇ ਨਾਲ ਆਪਣੀ ਸ਼ੀਲਡਿੰਗ ਪ੍ਰੋਵਾਈਡ ਕਰਨੀ ਹੈ, ਸ਼ੀਲਡਿੰਗ ਪਰਪਸ ਵਾਸਤੇ ਕਰਨਾ ਹੈ, ਉਹ ਜਿਹੜੀ ਵੈਲਡਿੰਗ ਵਾਸਤੇ ਸਾਨੂੰ ਇਲੈਕਟ੍ਰੋਡ ਦੇ ਵਿੱਚ ਸਾਨੂੰ obtained ਹੋਏਗੀ, ਤਾਂ ਜੋ ਉਸ ਟਾਈਮ ਤੇ ਜਿਹੜੀਆਂ ਗੈਸਿਸ ਹੈ ਉਹਨੂੰ ਅਟੈਕ ਨਾ ਕਰ ਪਾਉਣ, ਤਾਂ ਈਜ਼ੀਲੀ ਦੇ ਨਾਲ ਸਾਡਾ ਜਿਹੜਾ ਉਹ ਬੀਟ ਹੈ ਜਾਂ ਸਾਡਾ ਵੈਲਡ ਆ ਉਹ ਲੱਗ ਸਕੇ। ਸੋ ਆਪਾਂ ਜਦੋਂ ਵੈਲਡਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਜਦੋਂ ਸਾਡੇ ਕੋਲ ਸਰਕਲ ਕੰਪਲੀਟ ਕਰਨ ਵਾਸਤੇ ਪੋਜ਼ਿਟਿਵ ਨੈਗੇਟਿਵ ਦੇ ਵਿੱਚ ਜਦੋਂ ਵਰਕ ਪੀਸ ਹੈ ਜਿਹੜਾ ਸਾਡਾ ਪਲੱਸ ਉਹਦੇ ਵਿੱਚ ਇਲੈਕਟ੍ਰੋਡ ਹੈ ਸਾਡਾ, ਉਹਦੇ ਵਿੱਚ ਜਿਹੜਾ ਗੈਪ ਮੇਨਟੇਨ ਕਰਨਾ ਉਹ ਬਹੁਤ ਜ਼ਰੂਰੀ ਹੈ। ਸੋ ਕਿਸੇ ਟਾਈਮ ਆਪਾਂ ਕੀ ਆ ਉਨੀ ਜਿਹੜੀ ਆਰਕ ਫੈਲੇਗੀ, ਉਹਨੇ ਸਪੈਟਰਸ ਜ਼ਿਆਦਾ ਹੋਣਗੇ, ਉਹਨੇ ਸਾਡੇ ਡਿਫੈਕਟਸ ਜਿਹੜੇ ਉਹ ਜ਼ਿਆਦਾ ਹੋਣਗੇ। ਸੋ ਇਹਦੇ ਨਾਲ ਕੀ ਆ, ਜਦੋਂ ਆਪਣੇ ਕੋਲ ਜਿਹੜਾ ਗੈਪ ਹੈ ਉਹ ਜ਼ਿਆਦਾ ਹੋਏਗਾ, ਕਰੰਟ ਜ਼ਿਆਦਾ ਪਾਸ ਕਰੇਗਾ, ਉਹਦੇ ਨਾਲ ਕੀ ਹੈ ਸਾਡੇ ਜਿਹੜੇ ਸਪੈਟਰਸ ਉਹ ਜ਼ਿਆਦਾ ਹੋਣਗੇ। ਸੋ ਇਸ ਕੇਸ ਦੇ ਵਿੱਚ ਕੀ ਹੈ ਕਿ ਜਿਹੜੀ ਆਰਕ ਵੈਲਡਿੰਗ ਦੇ ਵਿੱਚ ਜਿਹੜੀ ਇਲੈਕਟ੍ਰੀਕਲ એનર્ਜੀ ਆਪਾਂ ਗੱਲ ਹੁਣੇ ਕੀਤੀ, ਕਿ ਜਿਹੜੀ ਇਲੈਕਟ੍ਰੀਕਲ એનર્ਜੀ ਹੈ ਉਸ ਨੂੰ ਆਪਾਂ ਕਨਵਰਟ ਕਰਦੇ ਹਾਂ ਹੀਟ એનર્ਜੀ ਦੇ ਵਿੱਚ। ਸੋ ਜਿਹੜਾ ਆਪਣੇ ਕੋਲ ਇਲੈਕਟ੍ਰੀਕਲ એનર્ਜੀ ਹੈ, ਆਪਾਂ ਨੇ ਮਸ਼ੀਨ ਔਨ ਕੀਤੀ, ਸਾਡੇ ਕੋਲ ਬੱਤੀ ਆ ਰਹੀ ਹੈ, ਪਾਵਰ ਸਪਲਾਈ ਆ ਰਹੀ ਹੈ, ਉਹਨੂੰ ਆਪਾਂ ਨੇ ਜਦੋਂ ਸਟ੍ਰਾਈਕ ਕੀਤਾ ਤਾਂ ਉਹ ਹੀਟ એનર્ਜੀ ਦੇ ਵਿੱਚ ਆ ਗਿਆ। ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਚੀਜ਼ ਹੀਟ ਦੇ ਵਿੱਚ ਹੁੰਦੀ ਹੈ ਤਾਂ ਹੀ ਸਾਡੀ ਉਹ ਜਿਹੜੀ ਮੈਲਟਿੰਗ ਹੈ, ਆਪਾਂ ਕੋਈ ਵੀ ਕੰਮ ਕਰਦੇ ਹਾਂ ਤੇ ਆਪਾਂ ਗੈਸ ਔਨ ਕਰਦੇ ਹਾਂ ਤਾਂ ਵੀ ਸਾਡੀ ਉੱਥੇ ਹੀਟ એનર્ਜੀ, ਠੀਕ ਜੀ, ਉਹਦੇ ਵਿੱਚ ਕੈਮੀਕਲ એનર્ਜੀ ਆ, ਜਿਹੜਾ ਆਪਾਂ ਕੈਮੀਕਲ ਜਿਹੜਾ ਸਾਡੇ ਕੋਲ ਕੈਮੀਕਲ ਹੈ ਉਹਨੂੰ ਕਨਵਰਟ ਕੀਤਾ ਹੋਇਆ ਹੀਟ ਦੇ ਵਿੱਚ। ਸੋ ਇਸ ਕਰਕੇ ਇਸ ਜਿਹੜਾ ਟੈਂਪਰੇਚਰ ਹੈ ਜਿਹੜਾ ਸਾਡੇ ਕੋਲ ਉਹ 3000 ਡਿਗਰੀ ਤੋਂ ਲੈ ਕੇ 4000 ਡਿਗਰੀ ਸੈਲਸੀਅਸ ਤੱਕ ਜਿਹੜਾ ਉਹ ਹੋਣਾ ਚਾਹੀਦਾ। ਸੋ ਦੀ ਹੀਟ ਜਿਹੜੀ ਹੈ ਜਦੋਂ ਆਪਾਂ ਉਸ ਨੂੰ ਆਰਕ ਨੂੰ ਸਟਾਰਟ ਕਰਾਂਗੇ ਤਾਂ ਉਸ ਕੇਸ ਦੇ ਵਿੱਚ ਕੀ ਹੈ ਕਿ ਜਿਹੜੇ ਐਜਿਸ ਨੇ, ਜਿਹੜੇ ਸਾਡੇ ਕਿਨਾਰੇ ਨੇ, ਉਹ ਜਿਹੜੇ ਮੈਲਟ ਹੋ ਜਾਂਦੇ ਨੇ। ਉਹ ਮੈਲਟ ਹੋਣ ਦੇ ਨਾਲ ਸਾਡਾ ਉੱਥੇ ਇੱਕ ਮੈਲਟਨ ਪੂਲ ਬਣ ਜਾਂਦਾ। ਆਪਾਂ ਜਿਸ ਤਰ੍ਹਾਂ ਬੇਸਿਕਲੀ ਐਗਜ਼ਾਮਪਲ ਦੇਣਾ ਤੁਹਾਨੂੰ, ਕਿਸ ਤਰ੍ਹਾਂ ਆਪਾਂ ਕੋਈ ਵੀ ਚੀਜ਼ ਹੈ ਆਪਾਂ ਉਹਨੂੰ ਹੀਟ ਦੇ ਨਾਲ ਪਿਘਲਾਉਂਦੇ ਆ ਤਾਂ ਉਹ ਕਿਨਾਰਾ ਜਾਂ ਕੋਈ ਵੀ ਚੀਜ਼ ਹੈ ਸਾਡੀ ਉਹ ਪਿਘਲ ਜਾਂਦੀ ਹੈ, ਤਾਂ ਉਹ ਸੋਲਿਡ ਫਾਰਮ ਤੋਂ ਲਿਕੁਇਡ ਫਾਰਮ ਦੇ ਵਿੱਚ ਆ ਜਾਂਦੀ ਹੈ। ਕਿਉਂ? ਕਿਉਂਕਿ ਉਸ ਨੂੰ ਹੀਟ એનર્ਜੀ ਜਿਹੜੀ ਆ ਉਹਦੀ ਜਿਹੜੀ ਸਟੇਟ ਹੈ ਉਹ ਚੇਂਜ ਕਰ ਦਿੰਦੀ ਹੈ। ਉਹ ਸਟੇਟ ਚੇਂਜ ਦੇ ਹੋਣ ਨਾਲ ਕੀ ਹੈ ਕਿ ਉਹਦਾ ਜਿਹੜਾ ਰਿਐਕਸ਼ਨ ਆ ਉਹ ਚੇਂਜ ਹੋ ਜਾਂਦਾ, ਤਾਂ ਉਹਦਾ ਜਿਹੜੀ ਫਾਰਮ ਹੈ ਉਹ ਸੋਲਿਡ ਟੂ ਲਿਕੁਇਡ ਸਟੇਟ ਦੇ ਵਿੱਚ ਆ ਜਾਂਦੀ ਹੈ। ਸੋ ਜੇ ਲਿਕੁਇਡ ਸਟੇਟ ਦੇ ਵਿੱਚ ਆ ਗਈ, ਜਦੋਂ ਆਪਾਂ ਉਹਦੀ ਜਿਹੜੀ ਸੋਲਿਡਿਫਿਕੇਸ਼ਨ ਜਿਹੜੀ ਉਹ ਬੰਦ ਕਰ ਦਈਏ ਤਾਂ ਜਿਹੜੀ ਸਾਡੀ ਲਿਕੁਇਡ ਫਾਰਮ ਤੋਂ ਬਾਅਦ ਜੇਕਰ ਆਪਾਂ ਉਹਦੀ ਫਾਰਮ ਚੇਂਜ ਕਰਨੀ ਚਾਹੀਏ ਤਾਂ ਉਹ ਦੁਬਾਰਾ ਆਪਣੀ ਉਸੇ ਸੋਲਿਡ ਫਾਰਮ ਦੇ ਵਿੱਚ ਆ ਜਾਂਦੀ ਆ ਜਿੱਥੋਂ ਆਪਾਂ ਉਸ ਨੂੰ ਪਿਘਲਾਇਆ ਹੁੰਦਾ। ਸੋ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਉਹ ਵੈਲਡਿੰਗ ਹੈ ਜੁਆਇੰਟ ਹੈ ਉਹ ਕਰ ਜਾਂਦਾ। The electrode is then removed, breaking the arc between the electrode metal, allow molten freeze or solidify। ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਕਿ ਜਦੋਂ ਆਪਣੇ ਕੋਲ ਮੈਟਲ ਪੂਲ ਹੈ, ਜੇਕਰ ਆਪਾਂ ਉਹਨੂੰ ਸੋਲਿਡਿਫਿਕੇਸ਼ਨ ਨਾ ਕਰੀਏ ਤਾਂ ਉਹ ਸਾਡਾ ਜਿਹੜਾ ਮੈਟਲ ਹੈ ਉਹ ਮੋਲਟਨ ਪੂਲ ਹੈ ਉਹ ਲਿਕੁਇਡ ਫਾਰਮ ਚ ਰਹੇਗਾ। ਲਿਕੁਇਡ ਫਾਰਮ ਚ ਰਹੇਗਾ ਤਾਂ ਜਿਹੜਾ ਸਾਡਾ ਵੈਲਡਿੰਗ ਹੈ ਉਹ ਜੁਆਇੰਟ ਜਿਹੜਾ ਉਹ ਸੋਲਿਡ ਨਹੀਂ ਹੋਏਗਾ ਜਦ ਤੱਕ ਉਦੋਂ ਤੱਕ ਸਾਡਾ ਜੋੜ ਜਿਹੜਾ ਉਹ ਨਹੀਂ ਲੱਗੇਗਾ। ਸੋ ਬੇਸਿਕਲੀ ਜਿਹੜੀ ਆਰਕ ਵੈਲਡਿੰਗ ਹੈ ਆਪਾਂ ਉਹਨੂੰ ਕਰੰਟ ਜਿਹੜੀ ਸੈਟਿੰਗ ਕਰ ਸਕਦੇ ਹਾਂ ਦੋ ਤਰੀਕੇ ਦੇ ਨਾਲ ਹੈ, AC ਕਰ ਸਕਦੇ ਹਾਂ ਜਾਂ ਆਪਾਂ ਉਹਨੂੰ
DC ਦੇ ਸਕਦੇ ਹਾਂ। ਇਸ ਲਈ ਅਲਟਰਨੇਟਿਵ ਕਰੰਟ ਐਂਡ DC ਸਟੈਂਡ ਫॉर ਡਾਇਰੈਕਟ ਕਰੰਟ। ਸੋ ਜੇਕਰ ਆਪਣੇ ਕੋਲ ਵੈਲਡਿੰਗ ਵਧੀਆ ਕਰਨੀ ਹੈ ਫੈਬਰੀਕੇਸ਼ਨ ਸੈਕਟਰ ਦੇ ਵਿੱਚ ਤਾਂ ਮੋਸਟਲੀ ਜਿਹੜੇ ਇੰਜੀਨੀਅਰਸ ਨੇ ਜਾਂ ਸਾਡੇ ਜਿਹੜੇ ਰਿਸਰਚਰਸ ਨੇ ਉਹ ਪ੍ਰੈਫਰ ਕਰਦੇ ਨੇ ਕਿ DC ਵੈਲਡਿੰਗ ਦੇ ਸੈੱਟ ਦੇ ਨਾਲ ਜੇਕਰ ਕੀਤੀ ਜਾਵੇ ਤਾਂ ਉਹ ਜਿਹੜੀ ਹੈ ਉਹ ਜ਼ਿਆਦਾ ਵਧੀਆ ਰਹਿੰਦੀ ਹੈ। ਕਿਉਂ? ਕਿਉਂਕਿ DC ਮਸ਼ੀਨ ਜਿਹੜੀ ਹੈ ਉਹਦੇ ਵਿੱਚ ਆਪਾਂ ਪੋਲੈਰਿਟੀ ਜਿਹੜੀ ਆ ਉਹ ਚੇਂਜ ਕਰ ਸਕਦੇ ਹਾਂ, ਜਾਂ ਆਪਾਂ ਉਹਦੇ ਵਿੱਚ ਉਹਨੂੰ ਸਟ੍ਰੇਟ ਪੋਲੈਰਿਟੀ ਵੀ ਕਰ ਸਕਦੇ ਹਾਂ, ਜਾਂ ਉਹਨੂੰ ਆਪਾਂ ਰਿਵਰਸ ਪੋਲੈਰਿਟੀ ਵੀ ਕਰ ਸਕਦੇ ਹਾਂ। ਸੋ ਜੇਕਰ ਇਹ ਜਿਹੜੀਆਂ ਪੋਲੈਰਿਟੀਜ਼ ਨੇ, ਜੇ ਅਗਰ ਗੱਲ ਕਰੀਏ ਕਿ ਬੇਸਿਕਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੋਲੈਰਿਟੀ ਜਿਹੜੀ ਆ ਦੋ ਤਰ੍ਹਾਂ ਦੀ ਆ, ਇੱਕ ਸਟ੍ਰੇਟ ਪੋਲੈਰਿਟੀ ਆ, ਇੱਕ ਰਿਵਰਸ ਪੋਲੈਰਿਟੀ ਆ। ਜੇ ਸਟ੍ਰੇਟ ਪੋਲੈਰਿਟੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਆ ਕਿ ਆਪਣੇ ਕੋਲ ਜਿੰਨੀ ਵੀ ਮੈਟਲ ਥਿਕਰ ਮੈਟਲਸ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਵੈਲਡ ਕਰਨਾ ਤਾਂ ਉਸ ਜਗ੍ਹਾ ਤੇ ਇਲੈਕਟ੍ਰੋਡ ਨੂੰ ਆਪਾਂ ਪੋਜ਼ਿਟਿਵ ਚਾਰਜ ਦੇ ਦਿੰਦੇ ਹਾਂ ਤੇ ਜਿਹੜਾ ਸਾਡੇ ਕੋਲ ਮੈਟਲ ਹੈ, ਜਿਹੜਾ ਸਾਡਾ ਬੇਸ ਮਟੀਰੀਅਲ ਹੈ, ਉਹਨੂੰ ਆਪਾਂ ਨੈਗੇਟਿਵ ਚਾਰਜ ਦੇ ਦਿੰਦੇ ਹਾਂ। ਉਸ ਜਗ੍ਹਾ ਤੇ ਜਿਹੜਾ ਸਰਕਲ ਕੰਪਲੀਟ ਹੁੰਦਾ ਉਸ ਟਾਈਪ ਦੀ ਵੈਲਡਿੰਗ ਨੂੰ ਆਪਾਂ ਕਹਿੰਦੇ ਹਾਂ ਸਟ੍ਰੇਟ ਵੈਲਡਿੰਗ। ਜੇਕਰ ਆਪਾਂ ਨੈਕਸਟ ਗੱਲ ਕਰੀਏ ਰਿਵਰਸ ਪੋਲੈਰਿਟੀ ਦੀ, ਸੋ ਰਿਵਰਸ ਪੋਲੈਰਿਟੀ ਦੇ ਵਿੱਚ ਕੇਸ ਕੀ ਹੈ ਕਿ ਜਦੋਂ ਆਪਾਂ ਸਾਡੇ ਕੋਲ ਮੈਟਲ ਜਿਹੜੀ ਆ ਉਹ ਜ਼ਿਆਦਾ ਮੋਟੀ ਹੋਵੇ, ਥਿਕ ਹੋਵੇ ਤਾਂ ਆਪਾਂ ਉਸ ਨੂੰ ਮੈਲਟ ਕਰਨਾ ਹੈ, ਕਿਉਂਕਿ ਜਿਹਦੇ ਵਿੱਚ ਜ਼ਿਆਦਾ ਪੋਜ਼ਿਟਿਵ ਚਾਰਜ ਹੋਏਗਾ ਉਹ ਚੀਜ਼ ਜ਼ਿਆਦਾ ਪਿਘਲੇਗੀ। ਸੋ ਜਿਹਦੇ ਵਿੱਚ ਬੇਸਿਕਲੀ ਹੀਟ ਜ਼ਿਆਦਾ ਹੋਏਗੀ ਉਸ ਚੀਜ਼ ਨੂੰ ਇਫੈਕਟ ਜ਼ਿਆਦਾ ਹੋਏਗਾ। ਸੋ ਜੇ ਪੋਲੈਰਿਟੀ ਚੇਂਜ ਕਰਾਂਗੇ, ਰਿਵਰਸ ਕਰਾਂਗੇ ਤਾਂ ਉਹਦੇ ਵਿੱਚ ਜਿਹੜੀ ਸਾਡੀ ਮੈਟਲ ਹੈ ਉਸ ਨੂੰ ਆਪਾਂ ਪੋਜ਼ਿਟਿਵ ਚਾਰਜ ਦੇ ਦੇਵਾਂਗੇ ਤੇ ਇਲੈਕਟ੍ਰੋਨ ਨੂੰ ਅਸੀਂ ਨੈਗੇਟਿਵ ਚਾਰਜ ਦੇ ਦੇਵਾਂਗੇ ਤਾਂ ਜੋ ਜਿਹੜੀ ਮੈਟਲ ਹੈ ਸਾਡੀ ਉਹ ਜ਼ਿਆਦਾ ਪਿਘਲੇ ਤੇ ਜਿਹੜਾ ਸਾਡਾ ਇਫੈਕਟ ਹੈ ਉਹ ਜ਼ਿਆਦਾ ਹੋਏ। ਸੋ ਅੱਗੇ ਬੇਸਿਕਲੀ ਗੱਲ ਕਰਦੇ ਹਾਂ ਕਿ ਜਿਹੜੀ ਸਾਡੇ ਕੋਲ ਆਰਕ ਵੈਲਡਿੰਗ ਹੈ ਉਹਦੀਆਂ ਕਿੰਨੀਆਂ ਕਿਸਮਾਂ ਨੇ। ਬੇਸਿਕਲੀ ਆਪਣੀ 1808 ਤੋਂ ਲੈ ਕੇ ਟਿਲ 2020 ਤੱਕ ਜਿਹੜੀ ਵੈਲਡਿੰਗ ਫੈਬਰੀਕੇਸ਼ਨ ਦੀ ਰਿਸਰਚ ਹੋਈ ਉਹਦੇ ਵਿੱਚ ਸਾਡਾ ਜਿਹੜਾ ਵੈਲਡਿੰਗ ਸੈਕਸ਼ਨ ਹੈ, ਜਿਹੜੀ ਆਰਕ ਵੈਲਡਿੰਗ ਤੋਂ ਲੈ ਕੇ ਹੁਣ ਤੱਕ ਰਿਸਰਚ ਹੋਈ ਉਹਦੇ ਵਿੱਚ ਜਿਹੜੀਆਂ ਸਾਡੀਆਂ ਆਰਕ ਵੈਲਡਿੰਗ ਦੀਆਂ ਟਾਈਪਸ ਨੇ ਉਹ ਬੇਸਿਕਲੀ ਹੈਗੀਆਂ ਨੇ ਕਾਰਬਨ ਆਰਕ ਵੈਲਡਿੰਗ ਜਿਹੜੀ ਕਿ ਆਪਾਂ ਬੇਸਿਕਲੀ ਯੂਜ਼ ਕਰਦੇ ਹਾਂ। ਉਸ ਤੋਂ ਨੈਕਸਟ ਵਨ ਇਜ਼ ਦੀ ਗੈਸ ਮੈਟਲ ਆਰਕ ਵੈਲਡਿੰਗ ਜਿਹਨੂੰ ਆਪਾਂ ਅੱਜ ਕੱਲ੍ਹ ਯੂਜ਼ ਕਰ ਰਹੇ ਹਾਂ ਜੀ ਮਿਗ ਦੀ ਫਾਰਮ ਦੇ ਵਿੱਚ। ਜਦੋਂ ਇਨਵੈਂਸ਼ਨ ਹੋਈ ਗਈ ਆਪਣੇ ਕੋਲ ਰਿਸਰਚ ਹੋਈ ਗਈ, ਰਿਸਰਚ ਤੋਂ ਨਵੀਂ ਜਿਹੜੀ ਸਾਡੀ ਇਨਵੈਂਸ਼ਨ ਹੋਈ ਕਿ ਆਪਾਂ ਕਿਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਜ਼ਿਆਦਾ ਬੈਨੀਫਿਟ ਲੈ ਸਕਦੇ ਹਾਂ, ਕੋਸਟ ਨੂੰ ਘਟਾ ਸਕਦੇ ਹਾਂ, ਜਾਂ ਆਪਾਂ ਜੁਆਇੰਟ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਡਿਫੈਕਟ ਫ੍ਰੀ ਕਰ ਸਕਦੇ ਹਾਂ। ਉਹਦੀ ਰਿਸਰਚ ਤੋਂ ਬਾਅਦ ਡੇ ਬਾਈ ਡੇ ਜਿਹੜੀਆਂ ਸਾਡੀਆਂ ਨਵੀਆਂ ਟੈਕਨੋਲੋਜੀਆਂ ਆਈਆਂ ਉਹਨਾਂ ਸਾਰਿਆਂ ਦੇ ਵਿੱਚ ਇਹ ਸਾਰੀਆਂ ਆਰਕ ਦੀਆਂ ਟਾਈਪਸ ਨੇ। ਜਿੱਦਾਂ ਕਿ ਆਪਾਂ ਗੱਲ ਕਰੀਏ ਮਿਗ ਵੈਲਡਿੰਗ ਦੀ, ਅੱਜ ਕੱਲ੍ਹ ਜਿਹੜੀ ਹੁਣ ਆਰਕ ਵੈਲਡਿੰਗ ਜਿਹੜੀ ਹੈ ਕਾਰਬਨ ਆਰਕ ਤੋਂ ਜਗ੍ਹਾ ਹੁਣ ਬੇਸਿਕਲੀ ਮਿਗ ਯੂਜ਼ ਕਰ ਰਹੇ ਹਾਂ ਅਸੀਂ। ਜਿੰਨੀਆਂ ਕਾਫੀ ਵੱਡੀਆਂ ਇੰਡਸਟਰੀਜ਼ ਨੇ, ਆਟੋਮੋਬਾਈਲ ਸੈਕਸ਼ਨ ਹੈ, ਰੇਲਵੇ ਸੈਕਸ਼ਨ ਹੈ, ਏਅਰਕ੍ਰਾਫਟ ਦਾ ਸੈਕਸ਼ਨ ਹੈ, ਸਭ ਦੇ ਵਿੱਚ ਮਿਗ ਵੈਲਡਿੰਗ ਯੂਜ਼ ਕੀਤੀ ਜਾਂਦੀ ਹੈ। ਥਰਡ ਵਨ ਇਜ਼ ਦੀ ਟੰਗਸਟਨ ਆਰਕ ਵੈਲਡਿੰਗ, ਦੈਟ ਇਜ਼ ਟਿਗ ਵੈਲਡਿੰਗ, ਔਰ ਆਪਾਂ ਇਹਨੂੰ GTAW ਵੀ ਕਹਿੰਦੇ ਆ। GTAW ਸਟੈਂਡ ਫॉर ਗੈਸ ਟੰਗਸਟਨ ਆਰਕ ਵੈਲਡਿੰਗ। ਜਿਸ ਤਰੀਕੇ ਦੇ ਨਾਲ ਆਪਾਂ ਕਾਰਬਨ ਵੈਲਡਿੰਗ ਦੀ ਗੱਲ ਕਰੀਏ ਤਾਂ ਆਪਾਂ ਉਹਦੇ ਵਿੱਚ ਫਲਕਸ ਨੂੰ ਯੂਜ਼ ਕਰਦੇ ਸੀਗੇ ਸ਼ੀਲਡਿੰਗ ਪਰਪਸ ਵਾਸਤੇ, ਤਾਂ ਜੋ ਸਾਨੂੰ ਬਾਹਰ ਦੀਆਂ ਗੈਸਾਂ ਜਿਹੜੀਆਂ ਨੇ ਉਹ ਉਸ ਨੂੰ ਆਕਸੀਡਾਈਜ਼ ਨਾ ਕਰ ਪਾਉਣ, ਤਾਂ ਸਾਡੀ ਜਿਹੜੀ ਵੈਲਡਿੰਗ ਹੈ ਉਹ ਡਿਫੈਕਟ ਫ੍ਰੀ ਜਿਹੜੀ ਉਹ ਹੋ ਸਕੇ। ਸਿਮਿਲਰਲੀ ਆਪਾਂ ਜਿਹੜੀ ਹੈ ਉਹ ਯੂਜ਼ ਕਰਦੇ ਆ ਇਸ ਕੇਸ ਦੇ ਵਿੱਚ ਟਿਗ ਵੈਲਡਿੰਗ। ਸੋ ਨੈਕਸਟ ਵਨ ਇਜ਼ ਦਾ ਸਮਰਜ ਆਰਕ ਵੈਲਡਿੰਗ, ਜਿਹੜੀ ਕਿ ਬੇਸਿਕਲੀ ਫਲਕਸ ਦੇ ਅੰਦਰ ਹੀ ਜਿਹੜੀ ਵੈਲਡਿੰਗ ਹੁੰਦੀ ਹੈ, ਤਾਂ ਜੋ ਸਭ ਤੋਂ ਵਧੀਆ ਟਾਈਪ ਹੈ। ਇਸ ਵੈਲਡਿੰਗ ਦੇ ਵਿੱਚ ਬੇਸਿਕਲੀ ਜਿਹੜਾ ਜੁਆਇੰਟ ਹੈ ਉਹ ਮੋਸਟਲੀ ਡਿਫੈਕਟ ਫ੍ਰੀ ਹੁੰਦਾ, ਕਿਉਂਕਿ ਇਹਦੇ ਵਿੱਚ ਜਿਹੜੀ ਕੋਈ ਗੈਸ ਨਹੀਂ ਯੂਜ਼ ਕਰਦੇ, ਸਿਰਫ ਜਿਹੜਾ ਕਾਰਬਨ ਆਰਕ ਦੀ ਤਰ੍ਹਾਂ ਵਿੱਚ ਫਲਕਸ ਜਿਹੜਾ ਵਾ ਉਹ ਆਪਾਂ ਯੂਜ਼ ਕਰ ਸਕਦੇ ਹਾਂ, ਤਾਂ ਜੋ ਜਿਹੜਾ ਜੁਆਇੰਟ ਹੈ ਉਹ ਕਾਫੀ ਵਧੀਆ ਨਿਕਲ ਸਕੇ। ਨੈਕਸਟ ਵਨ ਇਜ਼ ਦਾ ਇਲੈਕਟ੍ਰੋ ਸਲੈਗ ਵੈਲਡਿੰਗ। ਸੋ ਕਾਰਬਨ ਆਰਕ ਵੈਲਡਿੰਗ, ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਕਿ ਆਰਕ ਵੈਲਡਿੰਗ ਦੀਆਂ ਜਿਹੜੀਆਂ ਸਾਰੀਆਂ ਹੀ ਕਿਸਮਾਂ ਨੇ ਕਿ ਆਰਕ ਵੈਲਡਿੰਗ ਦੇ ਵਿੱਚ ਕੀ ਕੀ ਆ ਰਿਹਾ, ਉਹਦੇ ਵਿੱਚ ਸਭ ਤੋਂ ਮੇਨ ਹੈ ਜੀ ਪਹਿਲਾਂ ਸਭ ਤੋਂ ਜਿਹੜੀ ਸਟਾਰਟਿੰਗ ਚ ਆਈ ਜੀ ਕਾਰਬਨ ਆਰਕ ਵੈਲਡਿੰਗ, ਜਿਹਨੂੰ ਆਪਾਂ CAW ਦੀ ਫਾਰਮ ਦੇ ਵਿੱਚ ਪਹਿਲਾਂ ਯੂਜ਼ ਕਰਦੇ ਰਹੇ ਹਾਂ ਜੀ। ਸਭ ਤੋਂ ਮੇਨ ਜਿਹੜੀ ਸਾਡੀ ਵੈਲਡਿੰਗ ਹੈ ਉਹ ਸਭ ਤੋਂ ਪਹਿਲੀ ਜੀ ਕਾਰਬਨ ਆਰਕ ਵੈਲਡਿੰਗ। ਸੋ ਕਾਰਬਨ ਆਰਕ ਵੈਲਡਿੰਗ ਇਜ਼ ਦਾ ਸੇਮ ਪ੍ਰੋਸੈਸ ਹੋਈ ਕਿ ਜਦੋਂ ਆਪਾਂ ਹੀਟ ਨੂੰ ਜਿਹੜੀ ਜਨਰੇਟ ਹੁੰਦੀ ਹੈ ਆਪਣੇ ਕੋਲ ਇਲੈਕਟ੍ਰਿਕ ਕਰੰਟ ਤੋਂ, ਉਸ ਨੂੰ ਜਦੋਂ ਆਪਾਂ ਸਟ੍ਰਾਈਕ ਕਰਦੇ ਹਾਂ
वर्कपीस दे नाल तां उस टाइप जिहड़ी आर्क निकलेगी दैट इज कार्बन आर्क वेल्डिंग। सो द आर्क हीट एंड मेल्ट्स द वर्कपीस। जिहड़ी आर्क है जो आर्क निकलेगी तो वह की करेगी अपने जिहड़े वर्कपीस के किनारे आ उन्होंने पीसिस नूं एजिस नूं फॉर्म कर देगी। फॉर्मिंग मतलब पिघला देगी तो उस जगह ते एक जिहड़ा वा जॉइंट है वो जिहड़ा वो जनरेट हो जाएगा। Shielded gas, neutral gas flux may be used for welding, pool protection depending on type of। जिस तरीके नाल आपां गल कीती कि जिहड़ा electrode is non consumable, इलैक्ट्रोड इज नॉन कंज्यूमेबल, उस टाइप दे जिहड़ा इलैक्ट्रोड नॉन कंज्यूमेबल आ हुण अपने कोल उस इलैक्ट्रोड ने कंज्यूम ही नहीं होना। जो कंज्यूम ही नहीं होना ਉਹਦੇ ਵਿੱਚ ਆਪਾਂ ਫਲਕਸ ਨਹੀਂ ਲਗਾ ਸਕਦੇ ਕਿਉਂਕਿ ਜੇ ਫਲਕਸ ਉਹਦੇ ਉੱਪਰ ਲਗਾ ਦਵਾਂਗਾ ਤਾਂ ਉਹ ਲਗਾ ਦਵਾਂਗੇ ਤਾਂ ਉਹਨੇ ਉਸ ਜਿਹੜੀ ਮੈਟਲ ਹੈ ਉਹ ਜਿਹੜੀ ਉਹਨੇ ਉਸ ਪੁਆਇੰਟ ਤੇ ਕੋਈ ਸ਼ੀਲਡਿੰਗ ਪ੍ਰੋਵਾਈਡ ਨਹੀਂ ਕਰਦੀ। ਸ਼ੀਲਡਿੰਗ ਪ੍ਰੋਵਾਈਡ ਨਹੀਂ ਕਰੇਗਾ ਤਾਂ ਸਾਡੀ ਜਿਹੜੀ ਵੈਲਡਿੰਗ ਹੈ ਉਹ ਡਿਫੈਕਟ ਫ੍ਰੀ ਹੋਏਗੀ, ਪੂਰਸ ਹੋਣਗੇ, ਠੀਕ ਹੈ ਜੀ, ਉਹਦੇ ਵਿੱਚ ਸਲੈਗ ਜਿਹੜੀ ਆ ਉਹ ਨਹੀਂ ਆਏਗੀ। ਸੋ ਉਸ ਜਗ੍ਹਾ ਤੇ ਕੀ ਕਰਾਂਗੇ ਆਪਾਂ ਜਿੱਥੇ ਨॉन ਕੰਜ਼ਿਊਮੇਬਲ ਇਲੈਕਟ੍ਰੋਡ ਹੋਏਗਾ, ਜਿੱਦਾਂ ਆਪਣੇ ਕੋਲ ਟਿਗ ਵੈਲਡਿੰਗ ਹੈ, ਟਿਗ ਵੈਲਡਿੰਗ ਦੇ ਵਿੱਚ ਨॉन ਕੰਜ਼ਿਊਮੇਬਲ ਇਲੈਕਟ੍ਰੋਡ ਯੂਜ਼ ਕਰਦੇ ਆ। ਉਸ ਕੇਸ ਦੇ ਵਿੱਚ ਆਪਾਂ ਨੇ ਸ਼ੀਲਡਿੰਗ ਪਰਪਸ ਵਾਸਤੇ ਗੈਸ ਯੂਜ਼ ਕਰਨਾ ਹੈ। ਇਸੇ ਕਰਕੇ ਆਪਾਂ ਨੇ ਹੈ ਉਸ ਦੇ ਵਿੱਚ ਆਪਾਂ ਗੱਲ ਜਿਹੜੀ ਕੀਤੀ ਹੈ ਉਹ ਗੈਸ ਦੀ ਕੀਤੀ ਹੋਈ ਹੈ। ਜਿਹੜੀ ਸਾਡੀ ਗੈਸ ਹੈ ਉਸ ਦੇ ਵਿੱਚ ਜਿਹੜੀ ਹੈ ਉਹ यूज की जाती है आर्गन गैस। सो आर्गन गैस जी वधिया गैस है। सो सैकेंड वन जी आर्गन साडे कोल हैगी है वेल्ड गैस, ਉਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਸ਼ੀਲਡਿੰਗ ਹੈ ਉਹ ਕਾਫੀ ਵਧੀਆ ਹੁੰਦਾ ਤੇ ਜੁਆਇੰਟ ਸਾਡਾ ਜਿਹੜਾ ਉਹ ਡਿਫੈਕਟ ਫ੍ਰੀ ਹੁੰਦਾ। ਸੋ ਆਪਾਂ ਦੇਖ ਰਹੇ ਹਾਂ ਕਿ ਕਾਰਬਨ ਆਰਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੈਲਡਿੰਗ ਹੋ ਰਹੀ ਹੈ। ਸਾਡਾ ਦੇਖਦੇ ਹਾਂ ਆਪਾਂ ਕਿ ਸਾਡੇ ਕੋਲ ਕੀ ਕੀ ਚੀਜ਼ਾਂ ਨੇ। ਇੱਕ ਸਾਡੇ ਕੋਲ ਹੈ ਜੀ ਪਾਵਰ ਸੋਰਸ। ਪਾਵਰ ਸੋਰਸ ਜਿਹੜਾ second one is the electrode cable, earth cable, work, carbon electrode and filler rod। so ਜਿਹੜਾ 에ਅਰ ਦਾ ਗੈਪ ਹੈ, 에ਅਰ ਦਾ ਗੈਪ ਜਿਹੜਾ ਉਹ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਜਿਹੜੀ ਹੀਟ ਜਿਹੜੀ ਉਹ ਜਨਰੇਟ ਹੋ ਸਕੇ। ਸੋ ਇਸ ਵਿੱਚ ਆਪਾਂ ਦੇਖ ਰਹੇ ਹਾਂ ਕਿ ਯੈਲੋ ਦੇ ਵਿੱਚ ਜਿਹੜਾ ਸਾਡਾ ਕਾਰਬਨ ਦਾ ਇਲੈਕਟ੍ਰੋਡ ਹੈ, ਕਾਰਬਨ ਦਾ ਇਲੈਕਟ੍ਰੋਡ ਹੈ, ਠੀਕ ਹੈ ਜੀ। ਉਸ ਤੋਂ ਨਾਲ ਹੀ ਸਾਡੀ ਇੱਕ ਫਿਲਰ ਰॉड ਹੈ। ਫਿਲਰ ਰॉड 에ਅਰ ਆ ਰਹੀ ਹੈ, ਵੈਲਡਿੰਗ ਜਿਹੜੀ ਬੀਡ ਹੈ ਉਹ ਸਾਡੇ ਉੱਪਰ ਦੇਖੋ ਆਪਾਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਯੈਲੋ ਔਰ ਰੈਡ ਸ਼ੇਡ ਦੀ ਜਿਹੜੀ ਬੀਡ ਹੈ ਉਹ ਲੱਗ ਰਹੀ ਹੈ। ਨੈਕਸਟ ਵਨ ਯੂਜ਼ ਟੂ ਵੈਲਡ ਬ੍ਰਾਸ, ਬ੍ਰੌਂਜ਼, ਕਾਪਰ ਅਲਾਇਜ਼, ਕਾਰਬਨ ਆਰਕ ਵੈਲਡਿੰਗ। ਸੋ ਪਾਵਰ ਸੋਰਸ ਦਿੱਤਾ ਹੋਇਆ ਜੀ। ਪਾਵਰ ਸੋਰਸ ਦੇ ਵਿੱਚ ਜਿਹੜੀ ਸਪਲਾਈ ਹੈ ਪੋਜ਼ਿਟਿਵ ਟਰਮੀਨਲ ਨੈਗੇਟਿਵ ਟਰਮੀਨਲ ਦੇ ਨਾਲ ਜੁਆਇੰਟ ਕੀਤੀ ਹੋਈ ਹੈ। ਉਸ ਤਰੀਕੇ ਦਾ ਦੇਖ ਰਹੇ ਹਾਂ ਕਿ ਜਿਹੜਾ ਸਾਡਾ ਇਲੈਕਟ੍ਰੋਡ ਹੈ ਉਹ ਨॉन ਕੰਜ਼ਿਊਮੇਬਲ ਕਾਰਬਨ ਇਲੈਕਟ੍ਰੋਡ ਹੈ। ਨॉन ਕੰਜ਼ਿਊਮੇਬਲ ਇਲੈਕਟ੍ਰੋਡ ਆਪਾਂ ਪਿੱਛੇ ਵੀ ਗੱਲ ਕੀਤੀ ਕਿ ਜਿਸ ਕੇਸ ਵਿੱਚ ਆਪਣਾ ਇਲੈਕਟ੍ਰੋਡ ਜਿਹੜਾ ਉਹ ਨॉन ਕੰਜ਼ਿਊਮੇਬਲ ਹੋਏਗਾ ਤਾਂ ਸਾਨੂੰ ਐਕਸਟਰਾ ਬਾਹਰੋਂ ਫਿਲਰ ਰॉड ਜਿਹੜਾ ਉਹ ਪ੍ਰੋਵਾਈਡ ਕਰਨਾ ਪੜੇ। ਜੇਕਰ ਆਪਾਂ ਬਾਹਰੋਂ ਫਿਲਰ ਰॉड ਐਕਸਟਰਾ ਯੂਜ਼ ਕਰਾਂਗੇ ਤਾਂ ਹੀ ਜਿਹੜੀ ਸਾਡੀ ਉਹ ਵੈਲਡਿੰਗ ਉਹ ਹੋ ਪਾਏਗੀ। ਸੋ ਬੇਸਿਕਲੀ ਆਪਾਂ ਦੇਖ ਰਹੇ ਹਾਂ ਰੈਡ ਵਾਲਾ ਸੈਕਸ਼ਨ ਦੇਖ ਰਹੇ ਹਾਂ ਕਿ ਇਸ ਕੇਸ ਜਿਹੜਾ ਵੈਲਡ ਪੂਲ ਹੈ, ਪੂਲ ਆਪਾਂ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਵੈਲਡ ਪੂਲ ਜਿਹੜਾ ਜਨਰੇਟ ਹੋਏਗਾ, ਵੈਲਡ ਪੂਲ ਤਾਂ ਹੀ ਜਨਰੇਟ ਹੋਏਗਾ ਜੇਕਰ ਸਾਡੇ ਕੋਲ ਐਜਿਸ ਜਿਹੜੀ ਵਰਕਪੀਸ ਦੀ ਐਜ ਫਾਰਮੇਸ਼ਨ ਹੋਏਗੀ, ਪਲੱਸ ਜੇਕਰ ਸਾਡੇ ਕੋਲ ਨਾਲ ਜਿਹੜਾ ਇਲੈਕਟ੍ਰੋਡ ਆ ਉਹ ਕਰੰਟ ਜਿਹੜਾ ਉਹ ਹੀਟ ਜਿਹੜੀ ਉਹ ਦੇਗਾ, ਉਸ ਦੇ ਨਾਲ ਜਿਹੜਾ ਸਾਡੇ ਕਿਨਾਰੇ ਆ ਉਹ ਪਿਘਲਣਗੇ ਤਾਂ ਸਾਡਾ ਉੱਥੇ ਪੂਲ ਬਣੇਗਾ। ਉਹਨੂੰ ਜਦੋਂ ਪੂਲ ਜਿਹੜਾ ਸਾਡਾ ਸੋਲਿਡ ਹੋ ਜਾਏਗਾ ਆਫਟਰ ਸੋਲਿਡਿਫਿਕੇਸ਼ਨ ਉਹ ਜਿਹੜਾ ਸਾਡਾ ਉਹ ਜੁਆਇੰਟ ਲੱਗ ਜਾਏਗਾ। ਸੋ ਇਸ ਪਰਪਸ ਵਾਸਤੇ ਕੀ ਹੈ ਸਾਨੂੰ ਬਾਹਰੋਂ ਸ਼ੀਲਡਿੰਗ ਜਿਹੜੀ ਹੈ ਗੈਸ ਦੀ ਜਾਂ ਕਿਸੇ ਵੀ ਫਿਲਰ ਰॉड ਦੀ ਉਹ ਦੇਣੀ ਪਏਗੀ ਤਾਂ ਜੋ ਡਿਫੈਕਟ ਫ੍ਰੀ ਜਿਹੜੀ ਉਹ ਵੈਲਡਿੰਗ ਉਹ ਹੋ ਸਕੇ। ਸੋ ਕਾਰਬਨ ਆਰਕ ਦੇ ਕਾਫੀ ਸਾਰੇ ਸਾਡੇ ਕੋਲ ਐਡਵਾਂਟੇजेस ਨੇ। ਜਿਸ ਤਰੀਕੇ ਦੇ ਨਾਲ ਆਪਾਂ ਦੀ ਐਡਵਾਂਟੇजेस ਦੀ ਗੱਲ ਕਰੀਏ ਤਾਂ ਸਭ ਤੋਂ ਮੇਨ ਹੈ ਕਿ ਜਿਹੜਾ ਇਹਦਾ ਇਕਵਿਪਮੈਂਟ ਹੈ, ਵੈਲਡਿੰਗ ਆਪਰੇਸ਼ਨ ਤੇ ਇਕਵਿਪਮੈਂਟ ਦੀ ਕਾਸਟ ਜਿਹੜੀ ਆ ਉਹ ਇਹਦੀ ਕਾਫੀ ਘੱਟ ਹੁੰਦੀ ਹੈ। ਈਜ਼ੀਲੀ ਆਪਾਂ ਇਹਨੂੰ ਅਫੋਰਡ ਕਰ ਸਕਦੇ ਹਾਂ, ਕੋਈ ਜ਼ਿਆਦਾ ਖਰਚਾ ਨਹੀਂ ਹੈਗਾ। ਸੋ ਦੂਸਰੀ ਗੱਲ ਕਿ ਇਹਦੇ ਵਾਸਤੇ ਸਾਨੂੰ ਕੋਈ ਬਹੁਤਾ ਹਾਈਫਾਈ ਜਾਂ ਕੋਈ ਕਾਫੀ ਸਕਿਲਡ ਵਰਕਰ ਦੀ ਜ਼ਰੂਰਤ ਨਹੀਂ ਹੁੰਦੀ। ਜੇਕਰ ਆਪਾਂ ਈਜ਼ੀਲੀ ਇੱਕ ਦੂਜੇ ਕੋਲ ਸਿੱਖ ਕੇ ਵੀ ਆਪਾਂ ਇਹਨੂੰ ਆਪਰੇਟ ਜਿਹੜਾ ਈਜ਼ੀਲੀ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਜ਼ਿਆਦਾ ਜਿਹੜਾ ਉਹ ਹਾਈ ਲੈਵਲ ਦਾ ਜਿਹੜਾ ਵਾ ਆਪਰੇਟਰ ਜਿਹੜਾ ਸਾਨੂੰ ਸਕਿੱਲ ਜਿਹੜਾ ਵਾ ਉਹ ਇਹਦੇ ਵਿੱਚ ਨਹੀਂ ਜ਼ਰੂਰਤ ਹੈਗੀ।
So the process is easily automated, ठीक है जी। लो डिस्टॉर्शन ऑफ वर्क पीस, डिस्टॉर्शन भी इस केस ਦੇ ਵਿੱਚ ਘੱਟ ਹੁੰਦੀ ਹੈ। ਸੋ ਜੇਕਰ ਆਪਾਂ ਇਹਦੀ ਡਿਸਐਡਵਾਂਟੇਜ ਦੀ ਗੱਲ ਕਰੀਏ ਤਾਂ ਇੱਕ ਸਾਡੇ ਕੋਲ ਜਿਹੜਾ ਇਹਦਾ ਡਿਸਐਡਵਾਂਟੇਜ ਇਹ ਹੈ ਕਿ ਇਹਦੀ ਕੁਆਲਿਟੀ ਜਿਹੜੀ ਹੈ ਉਹ ਘੱਟ ਹੋਣੀ, ਜਿਹੜੀ ਸਾਡੇ ਕੋਲ ਜੁਆਇੰਟ ਦੀ ਕੁਆਲਿਟੀ ਹੈ ਉਹ ਇਹਦੀ ਕਾਫੀ ਘੱਟ ਆਉਂਦੀ ਹੈ, ਤਾਂ ਜੋ ਉਹਦੇ ਵਿੱਚ ਡਿਫੈਕਟਸ ਜਿਹੜੇ ਉਹ ਜ਼ਿਆਦਾ ਹੁੰਦੇ ਨੇ। ਤਾਂ ਈਜ਼ੀਲੀ ਆਪਾਂ ਮਤਲਬ ਜਿਹੜੀ ਜਿੱਥੇ ਸਾਨੂੰ ਵਧੀਆ ਜੁਆਇੰਟ ਦੀ ਜ਼ਰੂਰਤ ਹੈ ਜਾਂ ਵਧੀਆ ਕੁਆਲਿਟੀ ਦੇ ਜੁਆਇੰਟ ਆਪਾਂ ਲਗਾਉਣੇ ਆ, ਉਸ ਜਗ੍ਹਾ ਤੇ ਆਪਾਂ ਕਾਰਬਨ ਆਰਕ ਵੈਲਡਿੰਗ ਨੂੰ ਨਹੀਂ ਯੂਜ਼ ਕਰ ਸਕਦੇ। ਕਾਰਬਨ ਆਫ ਇਲੈਕਟ੍ਰੋਡ containments weld material and carbides. So next one is the TIG welding, ਜਿਹੜੀ ਆਪਣੀ ਆਰਕ ਵੈਲਡਿੰਗ ਦੀ ਸੈਕੰਡ ਫਾਰਮ ਹੈ ਉਹ ਹੈ ਜੀ TIG welding। ਸੋ TIG welding ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਇਹਨੂੰ ਆਪਾਂ GTAW ਦੀ ਫਾਰਮ ਵੀ ਕਹਿੰਦੇ ਆ, ਕਿ ਬੇਸਿਕਲੀ ਅੱਜ ਕੱਲ ਆਪਾਂ ਜਿਹੜੀ ਯੂਜ਼ ਕਰਦੇ ਆ ਉਹ GTA ਹੀ ਕਹਿੰਦੇ ਆ, ਗੈਸ ਟੰਗਸਟਨ ਆਰਕ ਵੈਲਡਿੰਗ। ਸੋ ਇਸ ਦੇ ਵਿੱਚ ਗੈਸ ਦੀ ਫਾਰਮ ਜਿਹੜੀ ਸਾਨੂੰ ਕਿਉਂ ਯੂਜ਼ ਕਰਦੇ ਆ, ਕਿਉਂਕਿ ਗੈਸ ਸਾਨੂੰ ਸ਼ੀਲਡਿੰਗ ਜਿਹੜੀ ਉਹ ਪ੍ਰੋਵਾਈਡ ਕਰਦੀ ਹੈ। ਟੰਗਸਟਨ ਬੀਂਗ ਸਾਡਾ ਜਿਹੜਾ ਇਲੈਕਟ੍ਰੋਡ ਹੈ ਉਹ ਮਟੀਰੀਅਲ ਦਾ, ਟੰਗਸਟਨ ਮਟੀਰੀਅਲ ਦਾ, ਤਾਂ ਆਪਾਂ ਉਹਨੂੰ ਕਹਿੰਦੇ ਆ ਆਰਕ। ਜਦੋਂ ਆਪਣੇ ਕੋਲ ਪੋਜ਼ਿਟਿਵ ਨੈਗੇਟਿਵ ਕੰਪਲੀਟ ਹੋਏਗਾ ਤਾਂ ਉਹ ਜਿਹੜਾ ਸਰਕਟ ਕੰਪਲੀਟ ਕਰੇਗਾ ਤਾਂ ਉਹ ਆਰਕ ਜਨਰੇਟ ਹੋਏਗੀ। ਨੈਕਸਟ W ਵੈਲਡਿੰਗ, ਜਦੋਂ ਆਰਕ ਜਨਰੇਟ ਹੋਏਗੀ ਤਾਂ ਆਫਟਰ ਸੋਲਿਡਿਫਿਕੇਸ਼ਨ ਉਹ ਵੈਲਡਿੰਗ ਹੋਏਗੀ, ਦੈਟ ਇਜ਼ GTAW। ਸੋ ਇਸ ਕੇਸ ਦੇ ਵਿੱਚ ਆਪਣੇ ਕੋਲ ਜਿਹੜਾ ਟੰਗਸਟਨ ਦਾ ਇਲੈਕਟ੍ਰੋਡ ਆਪਾਂ ਗੱਲ ਕੀਤੀ ਕਿ ਯੂਜ਼ ਕਰਦੇ ਆ, ਉਹਦੇ ਵਿੱਚ 1 ਤੋਂ 2% ਜਿਹੜੀ ਆ ਉਹ ਥੋਰੀਅਮ ਐਂਡ ਜ਼ਿਰਕੋਨ ਜਿਹੜਾ ਵਾ ਉਹ ਐਡ ਕੀਤਾ ਹੁੰਦਾ, ਜਿਹੜਾ ਕਿ ਇਲੈਕਟ੍ਰੋਡ ਐਮਿਸ਼ਨ ਜਦੋਂ ਆਪਣਾ ਟੱਚ ਕਰਦਾ ਵਰਕ ਪੀਸ ਨੂੰ ਇਲੈਕਟ੍ਰੋਡ, ਤਾਂ ਉੱਥੇ ਇੱਕ ਐਮਿਸ਼ਨਸ ਮੀਨਸ ਲਾਈਟ ਜਿਹੜੀ ਆ ਉਹ ਇੱਕ ਜਿਹੜੀ ਆ ਉਹ ਨਿਕਲਦੀ ਆ। ਸੋ ਉਹਦੀ ਸਟੇਬਿਲਿਟੀ ਵਾਸਤੇ ਜਿਹੜਾ ਵਾ ਆਪਾਂ ਥੋਰੀਅਮ ਤੇ ਜ਼ਿਰਕੋਨ ਜਿਹੜਾ ਵਾ ਉਹ ਐਡ ਕਰਦੇ ਆ। ਸੋ ਜਿਹੜਾ ਸਾਡੇ ਕੋਲ ਇਲੈਕਟ੍ਰੋਡ ਹੈ ਟੰਗਸਟਨ ਦਾ, ਇਹ ਇੱਕ ਨਾਨ ਕੰਜ਼ਿਊਮੇਬਲ ਇਲੈਕਟ੍ਰੋਡ ਹੈ, ਜਿਹੜਾ ਆਪਾਂ ਕਿ 3400 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਇਹਨੂੰ ਯੂਜ਼ ਕਰਦੇ ਆ। ਸੋ ਇਲੈਕਟ੍ਰੋਡ ਹੋਲਡਰ ਹੀ ਯੂਜ਼ ਟੂ ਫਿਕਸ ਇਟ। ਸੋ ਜਿਹੜਾ ਸਾਡੇ ਕੋਲ ਟਿਗ ਦਾ ਇਲੈਕਟ੍ਰੋਡ ਆ, ਜੇਕਰ ਆਪਾਂ ਗੱਲ ਕਰੀਏ ਟਿਗ ਦੇ ਇਲੈਕਟ੍ਰੋਡ ਦੀ, ਟਿਗ ਦਾ ਇਲੈਕਟ੍ਰੋਡ ਜਿਹੜਾ ਉਹਨੂੰ ਆਪਾਂ ਹੋਲਡ ਕਰਨ ਵਾਸਤੇ ਸਾਨੂੰ ਜਿਹੜਾ ਵਾ ਉਹ ਇਲੈਕਟ੍ਰੋਡ ਹੋਲਡਰ ਜ਼ਰੂਰੀ ਹੈ ਟਿਗ ਵਾਸਤੇ, ਕਿਉਂਕਿ ਜਿਹੜਾ ਕੰਜ਼ਿਊਮੇਬਲ ਇਲੈਕਟ੍ਰੋਡ ਚਾਹੇ ਨਾਨ ਕੰਜ਼ਿਊਮੇਬਲ ਆ, ਆਪਾਂ ਉਹਨੂੰ ਟੱਚ ਤੇ ਕਰ ਨਹੀਂ ਸਕਦੇ, ਠੀਕ ਹੈ ਜੀ, ਡਾਇਰੈਕਟਲੀ। ਸੋ ਉਹਦੇ ਵਾਸਤੇ ਇਲੈਕਟ੍ਰੋਡ ਹੋਲਡਰ ਜਿਹੜਾ ਹੈ ਕਿ ਜਿਹੜਾ ਇਨਸੂਲੇਟ ਕੀਤਾ ਹੋਵੇ ਪ੍ਰੋਪਰ, ਉਹ ਆਪਾਂ ਉਹਨੂੰ ਯੂਜ਼ ਕਰਨਾ ਹੈ। ਸੋ ਇਨਸਟੈਡ ਆਫ ਫਲਕਸ, ਜਿਹੜੀ ਆਪਾਂ ਫਲਕਸ ਯੂਜ਼ ਕੀਤੀ ਹੈ ਕਾਰਬਨ ਦੇ ਵਿੱਚ ਜਾਂ ਆਪਾਂ ਮੇਨ ਆਰਕ ਵੈਲਡਿੰਗ ਦੇ ਵਿੱਚ, ਉਸ ਦੀ ਜਗ੍ਹਾ ਤੇ ਆਪਾਂ ਹੁਣ ਕੀ ਕਰਾਂਗੇ, ਗੈਸ ਨੂੰ ਯੂਜ਼ ਕਰਾਂਗੇ। ਸੋ ਗੈਸ ਸਿਲੰਡਰ ਜਿਹੜਾ ਉਹ ਇਹਦੇ ਵਾਸਤੇ ਰਿਕੁਆਇਰਡ ਹੈ, ਤਾਂ ਜੋ ਜਿਹੜੀ ਸ਼ੀਲਡਿੰਗ ਆ ਉਹ ਪ੍ਰੋਵਾਈਡ ਹੋ ਸਕੇ, ਤਾਂ ਜਿਹੜਾ ਵੈਲਡਿੰਗ ਆ ਉਹ ਈਜ਼ਲੀ ਜਿਹੜੀ ਆ ਉਹ ਹੋ ਸਕੇ। ਸੋ ਜਿਹੜੀ ਗੈਸ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਸਾਡੀ ਨੋਜ਼ਲ ਹੁੰਦੀ ਹੈ, ਜਿਸ ਪੁਆਇੰਟ ਦੇ ਉੱਪਰ ਆਪਾਂ ਇਲੈਕਟ੍ਰੋਡ ਨੂੰ, ਟੰਗਸਟਨ ਦੇ ਇਲੈਕਟ੍ਰੋਡ ਨੂੰ ਕੈਰੀ ਕਰਨਾ, ਉਹਦੇ ਵਿੱਚ ਉਸੇ ਨੋਜ਼ਲ ਦੇ ਥਰੂ ਜਿਹੜੀ ਹੈ ਉਹ ਸੇਮ ਨੋਜ਼ਲ ਦੇ ਥਰੂ ਜਿਹੜੀ ਵਿੱਚ ਆਉਂਦੀ ਉਹ ਗੈਸ ਜਿਹੜੀ ਟਿਕਦੀ ਉਹ ਪਾਸ ਕਰਨੀ ਚਾਹੀਦੀ। ਸੋ ਜੇ ਪਾਸ ਕਰੇਗੀ, ਉਹ ਜਿੱਥੇ ਆਪਾਂ ਵੈਲਡਿੰਗ ਕਰਨੀ ਹੈ ਉਹਦੇ ਇਰਦ ਗਿਰਦ ਜਾਂ ਨੇੜੇ ਤੇੜੇ ਉਹ ਕੀ ਹੈ ਸ਼ੀਲਡਿੰਗ ਪ੍ਰੋਵਾਈਡ ਕਰ ਦੇਗਾ, ਤਾਂ ਜੋ ਬਾਹਰ ਦੀਆਂ ਗੈਸਸ ਜਿਹੜੀਆਂ ਨੇ ਉਹ ਉਹਨੂੰ ਅਟੈਕ ਨਾ ਕਰ ਸਕਣ, ਤਾਂ ਈਜ਼ੀਲੀ ਸਾਡਾ ਜੁਆਇੰਟ ਜਿਹੜਾ ਉਹ ਡਿਫੈਕਟ ਫ੍ਰੀ ਲੱਗ ਸਕੇ। ਸੋ ਇਟਸ ਸਰਾਊਂਡਿੰਗ ਦਾ ਆਰਕ ਐਟ ਬੇਸ ਫੇਅਰ ਐਂਡ ਫੀਡਰ ਡਿਫੈਕਟ, ਉਹੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਕਿ ਡਿਫੈਕਟ ਤੋਂ ਬਚਾਉਣ ਵਾਸਤੇ ਹੀ ਆਪਾਂ ਜਿਹੜੀ ਸ਼ੀਲਡਿੰਗ ਆ ਉਹ ਪ੍ਰੋਵਾਈਡ ਕਰਦੇ ਆ। ਸੋ ਆਰਕ ਵੈਲਡਿੰਗ ਦੇ ਵਿੱਚ ਆਪਾਂ ਜਿੱਦਾਂ ਦੇਖ ਰਹੇ ਹਾਂ ਕਿ ਆਪਣੇ ਕੋਲ ਆਰਕ ਵੈਲਡਿੰਗ ਰੈਗੂਲੇਟਰਸ ਨੇ, ਜਿਹੜਾ ਕਿ ਸਾਡਾ ਪ੍ਰੈਸ਼ਰ ਗੈਸ ਦਾ ਜਿਹੜਾ ਉਹ ਦੱਸਦੇ ਨੇ ਕਿ ਕਿੰਨਾ ਪ੍ਰੈਸ਼ਰ ਹੈ ਆਪਾਂ ਗੈਸ ਦਾ ਰੱਖਣਾ, ਉਸ ਦੇ ਨਾਲ ਆਪਾਂ ਫਲੋ ਮੀਟਰ ਲਗਾ ਸਕਦੇ ਹਾਂ ਕਿ ਜਿਹੜਾ ਗੈਸ ਦਾ ਫਲੋ ਸਾਨੂੰ ਜਿਹੜਾ ਉਹ ਦਿਖਾਈ ਦੇਵੇ। ਉਸ ਤੋਂ ਨੈਕਸਟ ਹੈ ਜੀ ਇਲੈਕਟ੍ਰੋਡ ਹੋਲਡਰ। ਆਪਾਂ ਦੇਖ ਰਹੇ ਹਾਂ ਜਿੱਥੇ ਵੈਲਡਿੰਗ ਕਰ ਰਿਹਾ ਇੱਕ ਆਦਮੀ, ਉਹਦੇ ਇਲੈਕਟ੍ਰੋਡ ਹੋਲਡਰ ਨੂੰ ਕਿਸ ਤਰੀਕੇ ਨਾਲ ਫੜਿਆ ਹੋਇਆ, ਠੀਕ ਹੈ ਜੀ। ਉਸ ਤੋਂ ਬਾਅਦ ਸਾਈਡ ਤੇ ਸਾਡੇ ਕੋਲ ਟੰਗਸਟਨ ਦੇ ਇਲੈਕਟ੍ਰੋਡ। ਇਹ ਹੈ ਸਾਡੀ ਜੀ ਵੈਲਡਿੰਗ ਬੀਟਸ, ਜਿਹੜੀਆਂ ਕਿ ਪ੍ਰੈਕਟੀਕਲੀ ਵੀ ਆਪਾਂ ਬੇਸਿਕਲੀ ਵੇਖੀਆਂ ਨੇ, ਪ੍ਰੈਕਟੀਕਲੀ ਵੀ ਕਰਕੇ ਦੇਖ ਚੁੱਕੇ ਹਾਂ ਕਿ ਜੇਕਰ ਆਪਾਂ ਸ਼ੀਲਡਿੰਗ ਪ੍ਰੋਵਾਈਡ ਕਰੀਏ ਤੇ ਬਿਨਾਂ ਸ਼ੀਲਡਿੰਗ ਤੋਂ, ਜਦੋਂ ਤੁਸੀਂ ਵੀ ਇਨ ਕੇਸ ਕਿਤੇ ਵੀ ਜਾ ਕੇ ਵੈਲਡਿੰਗ ਕਰੋਗੇ, ਜੇਕਰ ਤੁਸੀਂ ਉਹਦਾ ਡਿਫਰੈਂਸ ਦੇਖਣਾ ਚਾਹੋਗੇ
ਤਾਂ ਦੋਨੇ ਹੀ ਮੈਥਡ ਦੇ ਨਾਲ ਤੁਸੀਂ ਵੈਲਡਿੰਗ ਕਰਕੇ ਦੇਖਣਾ, ਇੱਕ ਬਿਨਾ ਗੈਸ ਤੋਂ ਜਾਂ ਬਿਨਾ ਫਲਕਸ ਤੋਂ, ਸੈਕਿੰਡ ਇਜ਼ ਵਿਦ ਫਲਕਸ ਔਰ ਵਿਦ ਸ਼ੀਲਡਡ ਗੈਸ। ਉਸ ਦਾ ਰਿਜ਼ਲਟ ਤੁਹਾਨੂੰ ਆਪਣੇ ਆਪ ਕਲੀਅਰ ਹੋਏਗਾ, ਆਪਣੇ ਆਪ ਸਮਝ ਆਏਗਾ ਕਿ ਕਿਸ ਤਰੀਕੇ ਦੇ ਨਾਲ, ਕਿਸ ਮੈਥਡ ਦੇ ਨਾਲ ਆਪਾਂ ਜਿਹੜਾ ਕਿ ਰਿਜ਼ਲਟ ਹੈ ਉਹ ਆਇਆ ਸਾਡਾ, ਤੇ ਕਿਹੜਾ ਰਿਜ਼ਲਟ ਜਿਹੜਾ ਉਹ ਬੈਟਰ ਹੈ। ਕਿਤੇ ਵਿੱਚ ਜਿਹੜੇ ਪੋਰਸ ਜਾਂ ਕਿਸੇ ਵੀ ਤਰ੍ਹਾਂ ਦੀ ਪੋਰਸਿਟੀ ਜਾਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਫੈਕਟ ਜਿਹੜਾ ਉਹ ਨਾ ਹੋਵੇ। ਸੋ ਆਪਾਂ ਗੱਲ ਕਰੀਏ ਪਹਿਲੇ ਵਾਲੇ ਦੀ, ਫਸਟ ਵਨ ਇਜ਼ ਵਿਦ ਸ਼ੀਲਡਡ ਗੈਸ। ਜਦੋਂ ਆਪਾਂ ਸ਼ੀਲਡਡ ਗੈਸ ਕੀਤੀ ਉਸ ਜਗ੍ਹਾ ਕੋਈ ਵੀ ਸਪੈਟਰ ਨਹੀਂ ਦਿਖਾਈ ਦੇ ਰਿਹਾ, ਨਾ ਹੀ ਕੋਈ ਪੋਰਸ ਆਇਆ, ਨਾ ਹੀ ਉਹਦੇ ਵਿੱਚ ਕੋਈ ਡਿਫੈਕਟ ਆਇਆ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਵਨ, ਸੈਕਿੰਡ ਵਨ ਗੱਲ ਕਰੀਏ ਵਿਦਆਊਟ ਸ਼ੀਲਡਡ ਗੈਸ। ਬਿਨਾਂ ਸ਼ੀਲਡਡ ਗੈਸ ਤੋਂ ਆਪਾਂ ਜਿਹੜਾ ਯੂਜ਼ ਕੀਤਾ ਉਹਦੇ ਵਿੱਚ ਵੇਖਦੇ ਆ ਆਪਾਂ ਕਿ ਬੀਟ ਦੇ ਵਿੱਚ ਪ੍ਰੋਪਰ ਜਿਹੜੀ ਹੈ ਉਹ ਪੈਨੀਟ੍ਰੇਸ਼ਨ ਨਹੀਂ ਹੈਗੀ, ਪ੍ਰੋਪਰ ਜਿਹੜੀ ਹੈ ਬੀਟ ਜਿਹੜੀ ਉਹ ਨਹੀਂ ਲੱਗੀ ਹੋਈ, ਉਹਦੇ ਵਿੱਚ ਥੋੜਾ ਬਹੁਤ ਡਿਫੈਕਟਸ ਜਿਹੜੇ ਨੇ ਉਹ ਸਾਨੂੰ ਦਿਖਾਈ ਦੇ ਰਹੇ ਨੇ। ਹੁਣ ਬੇਸਿਕਲੀ ਪ੍ਰਿੰਸੀਪਲ ਕਿਸ ਬੇਸ ਤੇ ਕੰਮ ਕਰਦੀ ਹੈ ਸਾਡੀ ਟਿਗ ਵੈਲਡਿੰਗ। ਜਿਹਦਾ ਆਪਾਂ ਗੱਲ ਕਰੀਏ ਟਿਗ ਵੈਲਡਿੰਗ ਦੇ ਇਲੈਕਟ੍ਰੋਡ ਦੀ, ਸਾਡਾ ਇਲੈਕਟ੍ਰੋਡ ਹੈ ਨਾਨ ਕੰਜ਼ਿਊਮੇਬਲ ਆ, ਸਾਡੀ ਟਿਗ ਦੀ ਇਹ ਪ੍ਰੋਪਰ ਨੋਜ਼ਲ ਹੈ ਜਿਹਦੇ ਵਿੱਚ ਸਾਡਾ ਟਿਗ ਦਾ ਇਲੈਕਟ੍ਰੋਡ ਹੈ। ਆਪਣਾ ਨੋਜ਼ਲ ਜਿਹੜੀ ਆ ਉਹ ਕਿ ਟੈਂਪਰੇਚਰ ਬਹੁਤ ਜ਼ਿਆਦਾ 3400 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਉਸ ਪੁਆਇੰਟ ਤੇ ਹੋਣ ਕਰਕੇ ਜਿਹੜਾ ਸਾਡਾ ਨੋਜ਼ਲ ਹੈ ਉਹਨੂੰ ਠੰਡਾ ਕਰਨ ਵਾਸਤੇ ਸਾਨੂੰ ਜਿਹੜੀ ਆ ਉਹ ਪਾਣੀ ਦੀ ਵੀ ਸਪਲਾਈ ਜਿਹੜੀ ਉਹ ਦੇਣੀ ਪੈਂਦੀ ਹੈ ਨੋਜ਼ਲ ਨੂੰ, ਤਾਂ ਜੋ ਜਿਹੜੀ ਸਾਡਾ ਜੈਟ ਹੈ, ਜਿਹੜਾ ਸਾਡਾ ਨੋਜ਼ਲ ਹੈ ਉਹ ਠੰਡੀ ਰਹਿ ਸਕੇ। ਸੋ ਉਹਦੇ ਵਾਸਤੇ ਵੈਲਡਿੰਗ ਜਿਹੜਾ ਜੈਟ ਹੈ ਉਹ ਵੀ ਆਪਾਂ ਦੇਖੋਗੇ ਯੂਜ਼ ਕਰ ਰਹੇ ਹਾਂ। ਸ਼ੀਲਡਡ ਗੈਸ ਜਿਹੜੀ ਹੈ ਜਿੱਥੋਂ ਦੀ ਗੈਸ ਜਾ ਰਹੀ ਹੈ, ਇਨ ਹੋ ਰਹੀ ਹੈ, ਤਾਂ ਉਸ ਤੋਂ ਬਾਅਦ ਜਿਹੜੀ ਗੈਸ ਹੈ ਉੱਪਰ ਪ੍ਰੋਪਰ ਇੱਕ ਵੇ ਦੇ ਨਾਲ ਉਹ ਬਣਾ ਰਹੀ ਆ ਸ਼ੀਲਡ ਬਣਾ ਰਹੀ ਹੈ, ਤਾਂ ਜੋ ਉੱਥੇ ਮੋਲਟਨ ਜਿਹੜਾ ਵਾ ਪੂਲ ਜਿਹੜਾ ਉਹ ਵਧੀਆ ਹੋ ਸਕੇ, ਤਾਂ ਆਫਟਰ ਸੋਲਿਡਿਫਿਕੇਸ਼ਨ ਜੋੜ ਜਿਹੜਾ ਉਹ ਵਧੀਆ ਜਿਹੜਾ ਉਹ ਲੱਗ ਸਕੇ। ਸੋ ਆਪਾਂ ਇਹਨੂੰ ਸਪਲਾਈ ਦੇਖੋ ਕਿ AC ਔਰ DC ਪਾਵਰ ਸਬ ਸੋਰਸ ਵੀ ਦਿੱਤਾ ਹੋਇਆ, ਸਪਲਾਈ ਵੀ ਦਿੱਤੀ ਹੋਈ ਹੈ। ਇੱਕ ਇਹਦੇ ਵਿੱਚ ਆਪਾਂ ਜਿਹੜਾ ਯੂਜ਼ ਕਰਨਾ ਹੈ ਕਿ ਡਾਇਆ ਆਫ ਦਾ ਇਲੈਕਟ੍ਰੋਡ। ਜਿਹੜਾ ਸਾਡਾ ਟੰਗਸਟਨ ਦਾ ਇਲੈਕਟ੍ਰੋਡ ਹੈ ਉਹਦਾ ਡਾਇਆਮੀਟਰ ਜਿਹੜਾ ਉਹ ਸਟਾਰਟਿੰਗ ਹੈ ਜੀ 0.8 to 5 mm, 0.8 ਮਿਲੀਮੀਟਰ ਤੋਂ ਲੈ ਕੇ ਠੀਕ ਹੈ ਜੀ 5 ਮਿਲੀਮੀਟਰ ਤੱਕ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਤਾਂ ਇਹਦੀ ਸਪੀਡ ਜਿਹੜੀ ਹੈ ਉਹ 8 ਮਿਲੀਮੀਟਰ ਪਰ ਸੈਕਿੰਡ ਤੋਂ ਲੈ ਕੇ 50 ਮਿਲੀਮੀਟਰ ਪਰ ਸੈਕਿੰਡ ਤੱਕ ਜਿਹੜੀ ਉਹ ਆਪਾਂ ਰੱਖ ਸਕਦੇ ਹਾਂ। ਸੋ ਇਹਦੇ ਵਿੱਚ ਜਿਹੜੀ ਕੋਡਿੰਗ ਹੈ ਸਾਡੇ ਕੋਲ ER70S6 is generally used for mild steel welding। ਸੋ ਇਹਦਾ ਮਤਲਬ ਕੀ ਹੈ, ਜਿਸ ਤਰੀਕੇ ਨਾਲ ਆਪਣੇ ਕੋਲ ਇਹ ਕਲਰ ਡਾਇਗਰਾਮ ਹੈ, ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਡਾਇਰੈਕਸ਼ਨ ਆਫ ਵੈਲਡਿੰਗ ਵੀ ਦਿੱਤੀ ਹੋਈ ਹੈ, ਕਿਸ ਡਾਇਰੈਕਸ਼ਨ ਨੂੰ ਆਪਾਂ ਵੈਲਡ ਕਰ ਰਹੇ ਹਾਂ। ਬਾਹਰੋਂ ਫਿਲਰ ਰੋਡ ਜਿਹੜਾ ਐਕਸਟਰਾ ਆਪਾਂ ਯੂਜ਼ ਕੀਤਾ ਹੋਇਆ, ਸਾਡਾ ਟੰਗਸਟਨ ਦਾ ਇਲੈਕਟ੍ਰੋਡ ਹੈ, ਉਹਦੇ ਵਿੱਚ ਪਾਵਰ ਸੋਰਸ ਹੈ, ਸਾਈਡ ਤੋਂ ਦੇਖੀ ਜਾਵੇ ਆਪਾਂ ਕਿ ਇਹਨੂੰ ਸਪਲਾਈ ਦਿੱਤੀ ਹੋਈ ਆ। ਉਸ ਤੋਂ ਬਾਅਦ ਜਿਹੜਾ ਕੰਟੈਕਟ ਟਿਊਬ ਸਾਡਾ ਰੈਡ ਵਾਲੀ ਠੀਕ ਹੈ, ਰੈਡ ਵਾਲੀ ਠੀਕ ਹੈ। ਉਸ ਤੋਂ ਨੈਕਸਟ ਹੈ ਸਾਡੀ ਸ਼ੀਲਡਿੰਗ ਗੈਸ, ਠੀਕ ਹੈ ਜੀ। ਕਾਪਰ ਸ਼ੂ ਆਪਸ਼ਨਲ ਹੈ ਜੀ, ਆਪਾਂ ਉਹਦੇ ਉੱਤੇ ਚਾਹੇ ਆਪਾਂ ਉਹਨੂੰ ਵੈਲਡਿੰਗ ਟੇਬਲ ਤੇ ਰੱਖ ਕੇ ਯੂਜ਼ ਕਰ ਲਈਏ, ਚਾਹੇ ਆਪਾਂ ਵੁਡਨ ਦੇ ਟੇਬਲ ਤੇ ਰੱਖ ਕੇ ਯੂਜ਼ ਕਰ ਲਈਏ। ਉਹ ਡਿਪੈਂਡ ਕਰਦਾ ਸਾਡੇ ਕੋਲ ਕਿ ਕਿਸ ਤਰੀਕੇ ਦੇ ਨਾਲ ਆਪਣਾ ਉਹ ਜਿਹੜਾ ਬੇਸ ਹੈ ਉਹ ਆਪਾਂ ਨੇ ਯੂਜ਼ ਕਰਨਾ। ਸੋ ER70S6 E stands for the electrode, AWS classification of GMEW electrode। ਜੇਕਰ ਅਮਰੀਕਨ ਵੈਲਡਿੰਗ ਸੁਸਾਇਟੀ AWS ਅਮਰੀਕਨ ਵੈਲਡਿੰਗ ਸੁਸਾਇਟੀ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ E ਸਟੈਂਡ ਕਰੇਗਾ ਜੀ ਇਲੈਕਟ੍ਰੋਡ। ਜਦੋਂ ਆਪਾਂ ਹੁਣ ਕੋਈ ਚੀਜ਼ ਲੈਣ ਜਾਵਾਂਗੇ ਤਾਂ ਬੇਸਿਕਲੀ ਆਪਾਂ ਉੱਥੇ ਜਾ ਕੇ ਇਹ ਨਹੀਂ ਕਵਾਂਗੇ ਕਿ ਸਾਨੂੰ ਆਹ ਰੋਲ ਚਾਹੀਦਾ, ਸਾਨੂੰ ਟੰਗਸਟਨ ਦਾ ਇਲੈਕਟ੍ਰੋਡ ਚਾਹੀਦਾ। ਜੇਕਰ ਟੰਗਸਟਨ ਦਾ ਇਲੈਕਟ੍ਰੋਡ ਦੇ ਨਾਲ ਸਾਡੀ ਆਪਾਂ ਉਹਨੂੰ ਕਹਾਂਗੇ ਕਿ ਟੰਗਸਟਨ ਦਾ ER70S ਸਾਨੂੰ ਇਲੈਕਟ੍ਰੋਡ ਚਾਹੀਦਾ। ਸੋ ਉਹਦੀ ਕੰਪੋਜੀਸ਼ਨ ਵੀ ਆ ਜਾਏਗੀ, ਕੈਮੀਕਲ ਕੰਪੋਜੀਸ਼ਨ ਵੀ ਆ ਜਾਏਗੀ, ਉਹਦੀ ਟੈਂਸਾਈਲ ਸਟਰੈਂਥ ਵੀ ਆ ਜਾਏਗੀ, ਉਹਦੀ ਸੋਲਿਡਿਫਿਕੇਸ਼ਨ ਵੀ ਆ ਜਾਏਗੀ, ਇਲੈਕਟ੍ਰੋਡ ਕਿਹੜਾ
So A stand for electrode, E stand for electrode, R stand for rod, O stand for 7000 psi minimum tensile strength, S stand for solid, and X stand for chemistry amount of deoxidizer ਕਿਹੜਾ ਆਪਾਂ ਉਹਦੇ ਦੇ यूज कर रहे हैं। जिस तरीके ਦੇ ਨਾਲ ਉਹਦੀ X ਦੀ ਵੈਲਿਊ ਹੈ ਉਹ ਵੇਰੀ ਹੈ, ਵੇਰੀਏਬਲ ਹੈ 2 3 4 5 6 7 ਤੋਂ ਦੇ ਨਾਲ। ਸੋ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰੀਏ ਜੇਕਰ ਉਹਦੇ ਵਿੱਚ ਬੇਸਿਕਲੀ ਜਿਹੜਾ ਇਲੈਕਟ੍ਰੋਡ ਜਾਂ ਰੋਡ ਹੈ 70 ਇੰਡੀਕੇਟਸ ਇਨ 1000 psi pound per square inch increase the minimum tensile strength। ਉਸ tensile strength ਜਿਹੜੀ ਵੈਲਡ ਮੈਟਲ ਦੀ ਆ ਉਹਨੂੰ increase ਕਰਦਾ। so S indicate that the filler metal wire is solid। so ਇਹ ਆਪਾਂ ਨੂੰ ਪਤਾ ਹੈ ਕਿ ਜਿਹੜੀ ਵਾਇਰ ਸਾਡੀ ਫਿਲਰ ਮੈਟਲ ਦੀ ਉਹ solid ਹੈ। 6 ਸਟੈਂਡ ਦੀ ਕੈਮੀਕਲ ਕੰਪੋਜੀਸ਼ਨ, ਇੱਕ ਥੱਲੇ ਆਪਾਂ ਅਮਰੀਕਨ ਵੈਲਡਿੰਗ ਸੁਸਾਇਟੀ ਦੀ ਕੈਮੀਕਲ ਕੰਪੋਜੀਸ਼ਨ ਆਪਾਂ ਯੂਜ਼ ਕਰ ਰਹੇ ਹਾਂ ਕਿ ਕ੍ਰੋਮੀਅਮ ਦੇ ਵਿੱਚ 0.6 ਤੋਂ ਲੈ ਕੇ 0.15 ਤੱਕ ਹੁੰਦੀ ਹੈ, ਨਿਕਲ ਦੀ 0.15 15 ਮੈਕਸਿਮਮ ਹੈ, ਮੈਗਨੀਸ਼ੀਅਮ ਦੀ 1.40 ਤੋਂ ਲੈ ਕੇ 1.85 ਤੱਕ ਹੈ, ਕ੍ਰੋਮੀਅਮ ਦੀ 0.15 ਮੈਕਸਿਮਮ ਆ। ਇਸ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਕੈਮੀਕਲ ਕੰਪੋਜੀਸ਼ਨ ਉਹ ਹਰ ਇੱਕ ਦੀਆਂ ਵੱਖਰੀਆਂ ਵੱਖਰੀਆਂ ਨੇ। ਸੋ ਟੰਗਸਟਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਆਪਣਾ ਜਿਹੜਾ ਮਟੀਰੀਅਲ ਦਾ ਫਿਲਰ ਰॉड ਹੈ ਬਾਹਰੋਂ ਚਾਹੇ ਆਪਾਂ ਉਹਨੂੰ ਦੇ ਸਕਦੇ ਆ ਚਾਹੇ ਆਪਾਂ ਉਹਨੂੰ ਨਹੀਂ ਦੇ ਸਕਦੇ। ਇਹ ਡਿਪੈਂਡ ਕਰਦਾ ਹੈ ਸਾਡੇ ਉੱਪਰ ਕਿ ਆਪਾਂ ਕਿਸ ਤਰੀਕੇ ਦੀ ਵੈਲਡਿੰਗ ਕਰ ਰਹੇ ਹਾਂ, ਕਿਸ ਤਰੀਕੇ ਦਾ ਮਟੀਰੀਅਲ ਯੂਜ਼ ਕਰ ਰਹੇ ਹਾਂ ਤੇ ਕਿਸ ਤਰੀਕੇ ਦੇ ਵਿੱਚ ਕਿੱਥੇ ਇਹਦੀ ਰਿਕੁਆਇਰਮੈਂਟ ਹੈਗੀ ਹੈ ਤੇ ਕਿੱਥੇ ਨਹੀਂ ਹੈ। ਸੋ ਮੋਸਟਲੀ DCSP stand for direct current straight polarity that is electrode to workpiece electron flow is used because DCRP melts the tungsten। ਇਹ basically tungsten ਨੂੰ melt ਜਿਹੜਾ ਉਹ ਕਰਦਾ। ਸੋ ਜੇਕਰ ਆਪਾਂ ਗੱਲ ਪਿੱਛੇ ਕੀਤੀ ਕਿ ਜੇਕਰ ਸਾਡੇ ਕੋਲ ਪੋਲੈਰਿਟੀ ਜਿਹੜੀ ਹੈ ਸਟ੍ਰੇਟ ਪੋਲੈਰਿਟੀ ਹੋਏਗੀ ਤਾਂ ਉਹਦੇ ਵਿੱਚ ਜਿਹੜਾ ਇਲੈਕਟ੍ਰੋਡ ਨੂੰ ਆਪਾਂ ਪੋਜ਼ਿਟਿਵ ਚਾਰਜ ਦਵਾਂਗੇ ਤਾਂ ਜਿਹੜਾ ਵਰਕਪੀਸ ਆ ਉਹਨੂੰ ਨੈਗੇਟਿਵ ਚਾਰਜ ਦਵਾਂਗੇ। ਤੇ ਜੇਕਰ ਆਪਾਂ ਰਿਵਰਸ ਪੋਲੈਰਿਟੀ ਦੀ ਗੱਲ ਕਰੀਏ ਤਾਂ ਉਸ ਕੇਸ ਦੇ ਵਿੱਚ ਉਲਟ ਹੋ ਜਾਂਦਾ। ਉਸ ਕੇਸ ਦੇ ਵਿੱਚ ਜਿਹੜਾ ਸਾਡੇ ਕੋਲ ਕਰੰਟ ਹੈ, ਠੀਕ ਹੈ ਜੀ, ਉਸ ਪੋਜ਼ਿਟਿਵ ਚਾਰਜ ਆਪਾਂ ਜਿਹੜਾ ਵਾ ਉਹ ਦੇ ਦਿੰਨੇ ਆ ਵਰਕਪੀਸ ਨੂੰ ਤੇ ਨੈਗੇਟਿਵ ਚਾਰਜ ਜਿਹੜਾ ਉਹ ਆਪਾਂ ਦੇ ਦਿੰਨੇ ਆ ਇਲੈਕਟ੍ਰੋਡ ਨੂੰ। ਸੋ ਇਸ ਕੇਸ ਦੇ ਵਿੱਚ ਜਿਹੜੀ ਬੇਸਿਕਲੀ ਆ ਸਾਡੀ ਸਟੇਟ ਪੋਲੈਰਿਟੀ ਜਿਹੜੀ ਹੈ ਟੰਗਸਟਨ ਇਲੈਕਟ੍ਰੋਡ ਟਿਗ ਵੈਲਡਿੰਗ ਦੇ ਵਿੱਚ ਉਹ ਯੂਜ਼ ਕੀਤੀ ਜਾਂਦੀ ਹੈ। ਆਪਾਂ ਬੇਸਿਕਲੀ ਇਹਨੂੰ ਸਟੀਲ ਨੂੰ, ਐਲੂਮੀਨੀਅਮ ਨੂੰ, ਕ੍ਰੋਮੀਅਮ ਨੂੰ, ਸਟੇਨਲੈਸ ਸਟੀਲ ਨੂੰ, ਨਿਕਲ ਨੂੰ, ਕਾਪਰ ਨੂੰ, ਅਲੋਏ ਨੂੰ ਆਪਾਂ ਜਿਹੜਾ ਵਾ ਉਹ ਜਿਹੜਾ ਇਹਨੂੰ ਵੈਲਡ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ। ਸੋ ਆਪਾਂ ਇਹਦੇ ਵਿੱਚ ਜਿਹੜੀ ਥਿਕਨੈਸ ਹੈ ਕਿਸੇ ਵੀ ਮੈਟਲ ਦੀ ਜਿਹੜੀ ਕਿ ਬਿਲਕੁਲ ਘੱਟ, ਆਪਾਂ ਟਿਗ ਵੈਲਡਿੰਗ ਯੂਜ਼ ਉੱਥੇ ਕਰਦੇ ਜਿੱਥੇ ਘੱਟੋ ਘੱਟ ਥਿਕਨੈਸ ਜਿਹੜੀ ਮਟੀਰੀਅਲ ਦੀ ਆ ਉਹ ਵੈਲਡ ਕਰਨੀ ਹੈ। ਕਿਉਂਕਿ ਜੇਕਰ ਕਾਰਬਨ ਆਰਕ ਦੇ ਨਾਲ ਜਾਂ ਆਰਕ ਵੈਲਡਿੰਗ ਨਾਲ ਯੂਜ਼ ਕਰਾਂਗੇ ਤਾਂ ਉਸ ਕੇਸ ਦੇ ਵਿੱਚ ਕੀ ਹੈ ਕਿ ਉਹ ਸਾਡੀ ਜਿਹੜੀ ਥਿਕਨੈਸ ਮਟੀਰੀਅਲ ਦੀ ਹੈ, ਠੀਕ ਹੈ ਜੀ, ਉਹ ਘੱਟ ਹੋਏਗੀ ਤਾਂ ਆਪਾਂ ਉਹਨੂੰ ਈਜ਼ਲੀ ਜਿਹੜਾ ਉਹ ਵੈਲਡ ਕਰ ਸਕਦੇ ਹਾਂ। So next one is the application। so basically ਆਪਾਂ ਨੇ ਗੱਲ ਇਸ ਤਰ੍ਹਾਂ ਕੀਤੀ ਕਿ ਗੈਸ ਟੰਗਸਟਨ ਆਰਕ ਵੈਲਡਿੰਗ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਬੇਸਿਕਲੀ ਆਪਾਂ ਆਟੋਮੋਬਾਈਲ ਸੈਕਸ਼ਨ ਦੇ ਵਿੱਚ ਵੀ ਇਸ ਨੂੰ ਅੱਜ ਦੇ ਟਾਈਮ ਤੇ ਯੂਜ਼ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜੀ ਸਾਡੀ ਸ਼ੀਟ ਮੈਟਲ ਹੈ ਘੱਟੋ ਘੱਟ ਥਿਕਨੈਸ ਦੀ ਜਿਹੜੀ ਆ ਉਹ ਵੀ ਇਹਦੇ ਨਾਲ ਜਿਹੜੀ ਆ ਉਹ ਵੈਲਡ ਜਿਹੜੀ ਉਹ ਹੋ ਜਾਂਦੀ ਹੈ। ਤਾਂ ਇਸ ਦੇ ਨਾਲ ਜਿਹੜਾ ਜੁਆਇੰਟ ਹੈ ਉਹ ਡਿਫੈਕਟ ਫ੍ਰੀ ਤੇ ਜੁਆਇੰਟ ਜਿਹੜਾ ਹੈ ਕਿ ਉਹ ਕਾਫੀ ਅੱਛਾ ਜਿਹੜਾ ਜੁਆਇੰਟ ਹੈ ਉਹ ਲੱਗੇਗਾ। ਸੋ ਐਡਵਾਂਸ ਟੈਕਨੋਲੋਜੀ ਦੇ ਅਕੋਰਡਿੰਗ ਜੇਕਰ ਆਪਾਂ 에ਅਰਕ੍ਰਾਫਟ ਦੀ ਗੱਲ ਕਰੀਏ ਕਿ 에ਅਰਕ੍ਰਾਫਟ ਦੇ ਵਿੱਚ ਵੀ ਟਿਗ ਵੈਲਡਿੰਗ ਦਾ ਜਿਹੜਾ ਯੂਜ਼ ਹੈ ਉਹ ਕਾਫੀ ਹੋ ਰਿਹਾ। ਜਿਹੜੀ ਵੀ ਨਵੀਂ ਇੰਸਟਰੂਮੈਂਟ ਜਿਹੜੀ ਸਾਡੀ ਇੰਡਸਟਰੀ ਬਣ ਰਹੀ ਹੈ ਉਹਦੇ ਵਿੱਚ ਵੀ ਟਿਗ ਵੈਲਡਿੰਗ ਦਾ ਯੂਜ਼ ਜਿਹੜਾ ਉਹ ਕਾਫੀ ਵਧੀਆ ਹੋ ਰਿਹਾ। ਸੋ ਬੇਸਿਕਲੀ ਐਡਵਾਂਟੇਜਸ ਜਿਹੜੀਆਂ ਨੇ ਟਿਗ ਵੈਲਡਿੰਗ ਦੀਆਂ ਉਹ ਕੀ ਨੇ? ਸੋ ਇਹਦੇ ਵਿੱਚ ਜਿਹੜੀਆਂ
सब तो है जी नो फ्लक्स। सो ਆਪਾਂ ਨੇ ਗੱਲ ਕੀਤੀ ਕਿ ਟਿਕ ਵੈਲਡਿੰਗ ਦੇ ਵਿੱਚ ਬੇਸਿਕਲੀ ਸ਼ੀਲਡਡ ਗੈਸ ਯੂਜ਼ ਕਰਦੇ ਆ, ਤਾਂ ਉਸ ਕੇਸ ਦੇ ਵਿੱਚ ਜਿਹੜੀ ਸਾਡੇ ਕੋਲ ਫਲਕਸ ਦੀ ਰਿਕੁਆਇਰਮੈਂਟ ਹੈ ਉਹ ਨਹੀਂ ਹੁੰਦੀ, ਕਿਉਂਕਿ ਜਿਹੜੀ ਸਾਨੂੰ ਸ਼ੀਲਡਿੰਗ ਪ੍ਰੋਵਾਈਡ ਕਰਨੀ ਹੈ ਉਹ ਸਾਨੂੰ ਜਿਹੜਾ ਗੈਸ ਹੈ ਉਹਨੇ ਪ੍ਰੋਵਾਈਡ ਕਰਨੀ ਹੈ ਸ਼ੀਲਡਿੰਗ ਪਰਪਸ ਵਾਸਤੇ। ਸੋ ਸਪੀਡ ਵੈਲਡਿੰਗ ਹੈ, ਕਾਫੀ ਈਜ਼ੀਲੀ ਆਪਾਂ ਜਾਂ ਹਾਈ ਸਪੀਡ ਦੇ ਨਾਲ ਕਾਫੀ ਪ੍ਰੋਡਕਸ਼ਨ ਜਿਹੜੀ ਆ ਉਹ ਕੱਢ ਸਕਦੇ ਆ, ਸਪੀਡ ਇਹਦੀ ਕਾਫੀ ਹੁੰਦੀ ਹੈ। ਸੋ ਬੋਥ ਫੈਰਸ ਐਂਡ ਨॉन ਫੈਰਸ ਵੈਲਡਿੰਗ, ਮੇਨ ਐਡਵਾਂਟੇਜਸ ਇਹਦਾ ਇਹ ਹੈ ਕਿ ਆਪਾਂ ਦੋਨੇ ਹੀ ਫੈਰਸ ਤੇ ਨॉन ਫੈਰਸ ਮੈਟਲ ਨੂੰ ਜਿਹੜਾ ਉਹ ਵੈਲਡ ਕਰ ਸਕਦੇ ਆ। ਕੁਆਲਿਟੀ ਦੀ ਗੱਲ ਕਰੀਏ ਤੇ ਕੁਆਲਿਟੀ ਦੀ ਪਰਪਸ ਤੇ ਟਿਕ ਵੈਲਡਿੰਗ ਜਿਹੜੀ ਆ ਉਹ ਕਾਫੀ ਅੱਛਾ ਇੰਡਸਟਰੀ ਦੇ ਵਿੱਚ ਆਪਣਾ ਰੋਲ ਜਿਹੜਾ ਉਹ ਪਲੇ ਕਰ ਰਹੀ ਆ। ਸੋ ਮੇਨ ਇਹਦੇ ਵਿੱਚ ਕੀ ਹੈ ਕਿ ਸਾਨੂੰ ਕਲੀਨਿੰਗ ਨਹੀਂ ਕਰਨੀ ਪੈਂਦੀ। ਸੋ ਨੋ ਵੈਲਡ ਕਲੀਨਿੰਗ ਇਜ਼ ਨੈਸੈਸਰੀ। ਸੋ ਕਲੀਨਿੰਗ ਜਿਹੜੀ ਆ ਉਹ ਇਹਦੇ ਵਿੱਚ ਨੈਸੈਸਰੀ ਨਹੀਂ ਹੈ। ਡਿਸਐਡਵਾਂਟੇजेस, ਸੋ ਜੇਕਰ ਐਡਵਾਂਟੇजेस ਹੋਏਗੀ ਤਾਂ obvious ਕਿ ਉਹਦੀ ਡਿਸਐਡਵਾਂਟੇजेस ਵੀ ਹੋਏਗੀ। ਸੋ ਡਿਸਐਡਵਾਂਟੇजेस ਜਿਹੜੀ ਹੈ ਸਾਡੇ ਕੋਲ ਉਹ ਹੈ ਜੀ ਇਹਦੀ ਜਿਹੜੀ ਕਾਸਟ ਹੈ ਉਹ ਕਾਫੀ ਜਿਹੜੀ ਉਹ ਹਾਈ ਹੈ। ਹਾਈ ਕਾਸਟ ਹੋਣ ਕਰਕੇ ਇਹ ਈਜ਼ੀਲੀ ਅਫੋਰਡੇਬਲ ਨਹੀਂ ਹੈਗੀ, ਹਰ ਕੋਈ ਇਹਨੂੰ ਖਰੀਦ ਨਹੀਂ ਸਕਦਾ। ਸੋ ਸੈਕੰਡ ਇਜ਼ ਸਲੋ ਪ੍ਰੋਸੈਸ। ਜੇਕਰ ਗੱਲ ਕਰੀਏ ਪ੍ਰੋਸੈਸ ਦੀ ਤਾਂ ਇਹਦੇ ਜਿਹੜਾ ਵੈਲਡਿੰਗ ਦਾ ਪ੍ਰੋਸੈਸ ਹੈ ਉਹ ਕਾਫੀ ਸਲੋ ਹੈ। ਸਲੋ ਪ੍ਰੋਸੈਸ ਹੋਣ ਕਰਕੇ ਪ੍ਰੋਡਕਸ਼ਨ ਜਿਹੜੀ ਆ ਉਹ ਆਪਾਂ ਜ਼ਿਆਦਾ ਇਹਦੇ ਤੇ ਨਹੀਂ ਕਰ ਸਕਦੇ। ਸਾਨੂੰ ਹਾਇਰਡ ਸਕਿਲਡ ਵਰਕਰ ਜਿਹੜਾ ਉਹ ਇਸ ਵੈਲਡਿੰਗ ਵਾਸਤੇ ਰਿਕੁਆਇਰਡ ਕਰਨਾ ਪਏਗਾ ਤਾਂ ਜੋ ਜਿਹੜਾ ਸਾਡਾ ਵੈਲਡਿੰਗ ਜੁਆਇੰਟ ਹੈ ਉਹ ਡਿਫੈਕਟ ਫ੍ਰੀ ਹੋ ਸਕੇ। ਸੋ ਸੈਪਰੇਟ ਫਿਲਰ ਰੋਡ ਇਜ਼ ਰਿਕੁਆਇਰਡ। ਸੋ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਸਾਡਾ ਪੂਲ ਹੈ ਜਿਹੜਾ ਜਨਰੇਟ ਹੋ ਰਿਹਾ, ਅੱਜ ਜਿਹੜਾ ਸਾਡਾ ਵੈਲਡਿੰਗ ਦੇ ਵਿੱਚ ਉਹ ਪਿਘਲ ਰਿਹਾ, ਉਸ ਜਗ੍ਹਾ ਤੇ ਸਾਨੂੰ ਜਿਹੜਾ ਕਿ ਫਿਲਰ ਰੋਡ ਦੀ ਜ਼ਰੂਰਤ ਜਿਹੜੀ ਹੈ ਉਹ ਪਏਗੀ। ਸੋ ਨੈਕਸਟ ਆਰਕ ਵੈਲਡਿੰਗ ਦੀ ਜਿਹੜੀ ਟਾਈਪ ਹੈ ਜੀ ਉਹ ਹੈ ਜੀ ਮਿਗ ਵੈਲਡਿੰਗ। ਸੋ ਮਿਗ ਵੈਲਡਿੰਗ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਜੇਕਰ ਟਿਗ ਦੀ ਕੀਤੀ ਜਿਸ ਤਰੀਕੇ ਨਾਲ ਆਪਾਂ, ਤੇ ਟਿਗ ਵਿੱਚ ਸਾਨੂੰ ਨਾਨ ਕੰਜ਼ਿਊਮੇਬਲ ਇਲੈਕਟ੍ਰੋਡ ਯੂਜ਼ ਕਰਨਾ ਪੈਂਦਾ, ਸ਼ੀਲਡਿੰਗ ਵਾਸਤੇ ਗੈਸ ਯੂਜ਼ ਕਰਨੀ ਪੈਂਦੀ ਹੈ। ਤਾਂ ਜਦੋਂ ਆਪਾਂ ਨੇ ਵੈਲਡਿੰਗ ਕਰਨੀ ਤਾਂ ਐਕਸਟਰਾ ਬਾਹਰੋਂ ਫਿਲਰ ਰੋਡ ਦੀ ਜਿਹੜੀ ਰਿਕੁਆਇਰਮੈਂਟ ਤੇ ਸਾਡੇ ਕੋਲ ਹੁੰਦੀ ਹੈ ਤਾਂ ਜੋ ਵੈਲਡਿੰਗ ਜਿਹੜੀ ਉਹ ਹੋ ਸਕੇ। ਸੋ ਟਿਗ ਵੈਲਡਿੰਗ ਦੇ ਵਿੱਚ ਮਿਗ ਵੈਲਡਿੰਗ ਦੇ ਵਿੱਚ ਇੱਕ ਇਹ ਪ੍ਰੋਸੈਸ ਹੈ ਕਿ ਜਿਹਦੇ ਵਿੱਚ ਸਾਡੇ ਕੋਲ ਇੱਕ ਕੰਟੀਨਿਊਸਲੀ ਤਾਰ ਜਿਹੜੀ ਹੈ ਕਿਸੇ ਵੀ ਮੈਟਲ ਦੀ, ਜਿਹੜਾ ਆਪਾਂ ਮੈਟਲ ਯੂਜ਼ ਕਰ ਰਹੇ ਹਾਂ ਉਹਦੀ ਵਾਇਰ ਦੀ ਕੰਟੀਨਿਊਸ ਤਾਰ ਜਿਹੜੀ ਉਹ ਫੀਡ ਕਰਦੀ ਹੈ। ਇੱਕ ਸਾਡੇ ਕੋਲ ਮਸ਼ੀਨ ਹੈ ਉਹਦੇ ਵਿੱਚ ਆਪਾਂ ਇੱਕ ਵਾਰ ਹੀ ਰੋਲ ਜਿਹੜਾ ਮਿਗ ਦਾ ਉਹ ਪਾ ਦਿੰਦੇ ਆ, ਉਹ ਕੰਟੀਨਿਊਸ ਹੀ ਉਹ ਜਿਹੜੀ ਵਾਇਰ ਸਾਡੀ ਉਹ ਫੀਡ ਕਰਦੀ ਹੈ। ਫੀਡ ਕੰਟੀਨਿਊ ਕਰਨ ਦੇ ਨਾਲ ਜਿਹੜਾ ਸਾਡਾ ਵਾਇਰ ਹੈ ਉਹ ਐਕਟ ਐਜ਼ ਏ ਇਲੈਕਟ੍ਰੋਡ ਕਰਦੀ ਆ, ਉਹ ਹੀਟ ਜਦੋਂ ਜਨਰੇਟ ਹੁੰਦੀ ਹੈ ਤਾਂ ਸਰਕਟ ਕੰਪਲੀਟ ਹੁੰਦਾ, ਉਸ ਜਗ੍ਹਾ ਤੇ ਸਾਡਾ ਜਿਹੜਾ ਉਹ ਜੁਆਇੰਟ ਲੱਗ ਜਾਂਦਾ। ਸੋ ਇਸ ਕੇਸ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਕਿ ਸ਼ੀਲਡਿੰਗ ਦੀ ਤਾਂ ਉਸ ਦੇ ਵਾਸਤੇ ਵੀ ਸਾਡੀ ਜਿਹੜੀ ਗੈਸ ਆ ਯੂਜ਼ ਕਰਦੇ। ਸੋ ਬੇਸਿਕਲੀ CO2 ਗੈਸ, ਕਾਰਬਨ ਡਾਈਆਕਸਾਈਡ ਗੈਸ ਜਿਹੜੀ ਆ ਉਹ ਯੂਜ਼ ਕਰਨੀ ਪੈਂਦੀ ਹੈ ਮਿਗ ਵੈਲਡਿੰਗ ਦੇ ਵਿੱਚ। ਮਿਗ ਵੈਲਡਿੰਗ ਦਾ ਫੁੱਲ ਫਾਰਮ ਹੈ ਜੀ ਮੈਟਲ ਇਨਰਟ ਗੈਸ ਵੈਲਡਿੰਗ, ਮਿਗ, ਜਿਹਨੂੰ ਆਪਾਂ GMAW ਵੀ ਕਹਿੰਦੇ ਆ ਜੀ, ਗੈਸ ਮੈਟਲ ਆਰਕ ਵੈਲਡਿੰਗ ਵੀ ਕਹਿੰਦੇ ਆ। ਸੋ ਇਸ ਤਰੀਕੇ ਦੇ ਨਾਲ ਇਹ ਪ੍ਰੋਸੈਸ ਹੈ ਜੀ। ਕੰਪੋਨੈਂਟ ਡਾਇਗਰਾਮ ਹੈ ਜੀ GMAW ਦੀ ਕਿ ਆਪਣੇ ਕੋਲ ਇੱਕ ਸ਼ੀਲਡਡ ਗੈਸ ਦਾ ਸਿਲੰਡਰ ਹੈ, ਆਪਾਂ ਹੀਲੀਅਮ ਯੂਜ਼ ਕਰ ਸਕਦੇ ਹਾਂ, CO2, ਡਿਪੈਂਡ ਅਪਨ ਵਿਚ ਟਾਈਪ ਆਫ ਮਟੀਰੀਅਲ ਜਾਂ ਮੈਟਲ ਟੂ ਬੀ ਵੈਲਡਡ, ਉਸ ਤਰੀਕੇ ਦੇ ਨਾਲ ਆਪਾਂ ਜਿਹੜੀ ਆ ਉਹ ਯੂਜ਼ ਕਰ ਸਕਦੇ ਹਾਂ। ਉਸ ਤੋਂ ਅੱਗੇ ਸਾਡੇ ਕੋਲ ਜੀ ਸੈਟਅਪ ਹੈ ਪੂਰਾ ਮਿਗ ਦਾ, ਮਿਗ ਰੋਲਰ ਲੱਗਾ ਹੋਇਆ, ਵਾਇਰ ਸਪੂਲ ਹੈ। ਉਸ ਤੋਂ ਅੱਗੇ ਸਾਡੇ ਕੋਲ ਵਾਇਰ ਫੀਡਰ ਸਿਸਟਮ ਲੱਗਾ ਹੋਇਆ ਜੀ। ਉਸ ਤੋਂ ਨੈਕਸਟ ਸਾਡੇ ਕੋਲ ਹੈ ਜੀ ਟਾਰਚ ਹੈ ਜਿਹੜੀ ਕਿ ਜਿਹਦੇ ਵਿੱਚੋਂ ਦੀ ਜਿਹੜੀ ਵਾਇਰ ਆ ਉਹ ਪਾਸ ਕਰ ਰਹੀ ਹੈ, ਪਲੱਸ ਨਾਲ ਸਾਡੀ ਸ਼ੀਲਡਡ ਗੈਸ ਜਾ ਰਹੀ ਹੈ, ਪਲੱਸ ਸਾਡਾ ਬੇਸ ਮੈਟਲ ਆ ਉਸ ਨੂੰ ਵੈਲਡ ਕਰ ਰਹੇ ਹਾਂ। ਤਾਂ ਆਪਾਂ ਦੇਖ ਪਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਜੁਆਇੰਟ ਹੈ ਸਾਡਾ ਉਹ ਲੱਗ ਰਿਹਾ। ਇਸ ਕੇਸ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਯੂਜ਼ ਕਰ ਰਹੇ ਹਾਂ। ਸੋ ਵਨ ਇਜ਼ ਦਾ ਇਲੈਕਟ੍ਰੋਡ, ਜਿਹੜਾ ਵਾਇਰ ਸਾਡੀ ਜਾ ਰਹੀ ਹੈ। ਉਸ ਤੋਂ ਅੱਗੇ ਸੈਕੰਡ ਇਜ਼ ਆਰਕ, ਜਿਹੜੀ ਜਦੋਂ ਟੱਚ ਕਰਦੀ ਹੈ ਮੈਟਲ ਬੇਸ ਤੇ ਪਲੱਸ ਇਲੈਕਟ੍ਰੋਡ, ਆਰਕ ਜਿਹੜਾ ਜਨਰੇਟ ਹੋਏਗੀ। ਥਰਡ ਵਨ ਇਜ਼ ਦੀ ਵੈਲਡ,
ਦੀ ਵੈਲਡ ਪਡਲ ਜਿਹੜਾ ਸਾਡਾ ਸੋਲਿਡਿਫਿਕੇਸ਼ਨ ਜਿਹੜੇ ਐਜ ਆ ਫਾਰਮੇਸ਼ਨ ਹੋਣ ਤੋਂ ਬਾਅਦ ਜਿਹੜਾ ਪੂਲ ਬਣ ਰਿਹਾ ਉਹ ਹੈ ਜੀ। ਉਸ ਤੋਂ ਨੈਕਸਟ ਇਜ਼ ਸ਼ੀਲਡਡ ਗੈਸ। ਫਿਫਥ ਵਨ ਇਜ਼ ਦੀ ਸੋਲਿਡਿਫਿਕੇਸ਼ਨ ਵੈਲਡ। ਜਦੋਂ ਆਪਣੇ ਕੋਲ ਪੂਲ ਜਿਹੜਾ ਠੰਡਾ ਹੁੰਦਾ ਜਾਏਗਾ ਆਪਾਂ ਅੱਗੇ ਮੂਵ ਕਰਦੇ ਜਾਵਾਂਗੇ ਤਾਂ ਉਸ ਤੋਂ ਬਾਅਦ ਪਿੱਛੇ ਜਿਹੜੀ ਸਾਡੀ ਜਿਹੜੀ ਹੈ ਜੁਆਇੰਟ ਜਿਹੜਾ ਵਾ ਉਹ ਲੱਗਦਾ ਜਾਏਗਾ। ਇਸ ਤਰੀਕੇ ਦੀ ਬੇਸਿਕਲੀ ਜਿਸ ਤਰੀਕੇ ਦਾ ਸਾਡਾ ਆਪਾਂ ਬੇਸਿਕਲੀ ਵੇਖਦੇ ਹਾਂ ਕਿ ਵਾਇਰ ਹੁੰਦੀਆਂ ਨੇ ਕਾਪਰ ਦੀਆਂ ਵਾਇਰ ਨੇ ਦਾ ਵਾਈਂਡਿੰਗ ਵਾਇਰਸ ਵਗੈਰਾ ਯੂਜ਼ ਕਰਦੇ ਆ। ਸੋ ਇਸ ਤਰੀਕੇ ਦਾ ਇਹਦੀ ਜੇਕਰ ਮਾਈਲਡ ਸਟੀਲ ਮਟੀਰੀਅਲ ਯੂਜ਼ ਕਰ ਰਹੇ ਆ ਤਾਂ ਆਪਾਂ ਇਹਦੇ ਵਿੱਚ ਜਿਹੜੀ ਵਾਇਰ ਆ ਉਹ ਵੀ ਮਾਈਲਡ ਸਟੀਲ ਦੀ ਹੀ ਯੂਜ਼ ਕਰਾਂਗੇ ਬਟ ਇਹਦੇ ਵਿੱਚ ਜਿਹੜੀ ਉਹ ਕੋਟਿਡ ਆ ਉਹ ਕਾਪਰ ਦੀ ਹੋਏਗੀ। ਕਾਪਰ ਕੋਟਿਡ ਮਾਈਲਡ ਸਟੀਲ ਮਟੀਰੀਅਲ ਦੀ ਜਿਹੜੀ ਉਹ ਵਾਇਰ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਇਹਨੂੰ ਆਪਾਂ ਫੀਡ ਕਰਨ ਵਾਸਤੇ ਸਾਡੇ ਕੋਲ ਫੀਡਰ ਸਿਸਟਮ ਹੈ ਜੀ ਜਿਹਦੇ ਵਿੱਚ ਵਾਇਰ ਜਿਹੜੀ ਉਹ ਫੀਡ ਕਰੇਗੀ ਤਾਂ ਜਿਹੜੀ ਉਹ ਗਨ ਦੇ ਵਿੱਚੋਂ ਪਾਸ ਕਰਕੇ ਤੇ ਜਦੋਂ ਟੱਚ ਕਰੇਗੀ ਆ ਕੇ ਮੈਟਲ ਨੂੰ ਤਾਂ ਉਸ ਜਗ੍ਹਾ ਤੇ ਆਰਕ ਜਨਰੇਟ ਹੋਏਗੀ ਤੇ ਸ਼ੀਲਡਿੰਗ ਜਿਹੜੀ ਆ ਉਹ ਪ੍ਰੋਵਾਈਡ ਕਰੇਗੀ ਜਿੱਥੇ ਆਪਾਂ ਨੇ ਵੈਲਡ ਕਰਨਾ। ਸੋ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਮਿਗ ਦਾ ਵਾਇਰ ਸਿਸਟਮ ਹੈ। ਇਲੈਕਟ੍ਰਿਸਿਟੀ ਸਪਲਾਈ ਜਾ ਰਹੀ ਆ ਰੋਲਰ ਲੱਗੇ ਹੋਏ ਨੇ ਜਿਹੜੇ ਕਿ ਉਹਨੂੰ ਪੁਸ਼ ਕਰ ਰਹੇ ਨੇ ਵਾਇਰ ਨੂੰ। ਉਸ ਤੋਂ ਬਾਅਦ ਆਪਾਂ ਗਨ ਦੇ ਅੰਦਰ ਗੈਸ ਸਪਲਾਈ ਕੀਤੀ ਹੋਈ ਹੈ ਜਿਹੜੀ ਸ਼ੀਲਡਿੰਗ ਪ੍ਰੋਵਾਈਡ ਕਰ ਰਹੀ ਹੈ। ਸ਼ੀਲਡਿੰਗ ਵਾਸਤੇ ਆਪਣਾ ਥੱਲੇ ਵਰਕ ਪੀਸ ਲੱਗਾ ਹੋਇਆ। ਇਸ ਤਰੀਕੇ ਦੇ ਨਾਲ ਜਿਹੜਾ ਵਾਇਰ ਫੀਡਰ ਸਿਸਟਮ ਲੱਗਾ ਹੁੰਦਾ ਸਾਈਡ ਤੇ ਇੱਕ ਸਾਈਡ ਤੇ ਜਿਹੜੀ ਸਾਡੀ ਵਾਇਰ ਆ ਉਹ ਲੱਗੀ ਆ। ਉਸ ਤੋਂ ਨੈਕਸਟ ਵਨ ਇਜ਼ ਵਾਇਰ ਫੀਡਰ ਸਿਸਟਮ ਲੱਗਾ ਹੈ। ਇਹ ਹੈ ਜੀ ਸਾਡੀ ਗਨ ਜਿਹੜੀ ਜਿਹਨੂੰ ਆਪਾਂ ਟ੍ਰਿਗਰ ਇਹਦੇ ਵਿੱਚ ਇਸ ਤਰੀਕੇ ਨਾਲ ਟ੍ਰਿਗਰ ਸਾਡੇ ਕੋਲ ਗਨ ਦਾ ਟ੍ਰਿਗਰ ਹੈ ਸੇਮ ਇਹਦੇ ਵਿੱਚ ਸਾਡੇ ਕੋਲ ਇੱਕ ਟ੍ਰਿਗਰ ਹੈ ਜੋ ਟ੍ਰਿਗਰ ਨੂੰ ਪ੍ਰੈਸ ਕਰਾਂਗੇ ਤੇ ਥਰੂ ਵਾਇਰ ਫੀਡਰ ਸਿਸਟਮ ਜਿਹੜੀ ਵਾਇਰ ਆ ਉਹ ਸਾਡੀ ਬਾਹਰ ਜਿਹੜੀ ਆ ਉਹ ਆਏਗੀ। ਨੋਜ਼ਲ ਦੇ ਥਰੂ ਹੀ ਜਿਹੜੀ ਗੈਸ ਆ ਉਹ ਸ਼ੀਲਡਿੰਗ ਪ੍ਰੋਵਾਈਡ ਕਰੇਗੀ ਪਲੱਸ ਉਸ ਜਗ੍ਹਾ ਤੋਂ ਹੀ ਜਿਹੜੀ ਸਾਡੀ ਉਹ ਵੈਲਡਿੰਗ ਹੈ ਉਹ ਜਿਹੜੀ ਆ ਉਹ ਬਣੇਗੀ। shielding gas the welding required is shielding gas to protect the welding puddle. Shield gas is usually CO2 argon or a mixture of both। ठीक है जी। ਇਹਦੇ ਵਿੱਚ ਬੇਸਿਕਲੀ ਆਪਾਂ ਆਰਗਨ ਯੂਜ਼ ਕਰਦੇ ਆ ਜਾਂ CO2 ਯੂਜ਼ ਕਰ ਸਕਦੇ ਆ ਮਿਗ ਵੈਲਡਿੰਗ ਦੇ ਵਿੱਚ ਜਿਹੜੀ ਕਿ ਸਾਨੂੰ ਸ਼ੀਲਡਿੰਗ ਪ੍ਰੋਵਾਈਡ ਕਰੇਗੀ। ਇਹ ਸਿਲੰਡਰ ਹੈ ਸਿਲੰਡਰ ਦੇ ਉੱਪਰ ਰੈਗੂਲੇਟਰ ਲੱਗੇ ਹੋਏ ਨੇ ਨਾਲ ਸਾਡਾ ਇੱਕ ਫਲੋ ਮੀਟਰ ਹੈ। ਪ੍ਰੋਸੈਸ ਵੇਰੀਏਬਲਸ ਜਿਹੜੇ ਜਿਹੜੇ ਸਾਡੇ ਕੋਲ ਇਹਦੇ ਪ੍ਰੋਸੈਸ ਆ ਵੇਰੀਏਬਲਸ ਆਪਾਂ ਕਿਹੜੇ ਕਿਹੜੇ ਪ੍ਰੋਸੈਸ ਨੂੰ ਵੇਰੀ ਕਰ ਸਕਦੇ ਹਾਂ। ਸੋ ਵੈਲਡਿੰਗ ਵੇਰੀਏਬਲਸ ਸਾਡੇ ਕੋਲ ਨੇ ਜੀ ਵਾਇਰ ਫੀਡ ਸਿਸਟਮ ਤੇ ਵੋਲਟੇਜ ਕਿਸ ਤਰੀਕੇ ਦੇ ਨਾਲ ਆਪਾਂ ਕਿੰਨੀ ਵੋਲਟ ਰੱਖਣੀ ਹੈ ਤੇ ਕਿੰਨੀ ਜਿਹੜੀ ਵਾਇਰ ਫੀਡ ਸਿਸਟਮ ਕਰਨਾ ਹੈ। ਸੋ ਇਹ ਡਿਪੈਂਡ ਕਰੇਗਾ ਕਿ ਸਾਡੀ ਟਰੈਵਲ ਸਪੀਡ ਕਿੰਨੀ ਹੈ। ਜਦੋਂ ਆਪਣੇ ਕੋਲ ਆਪਰੇਟਰ ਕੰਟਰੋਲ ਕਰੇਗਾ ਕਿ ਆਪਾਂ ਨੂੰ ਕਿਸ ਤਰੀਕੇ ਦੀ ਮੈਟਲ ਹੈ ਕਿਸ ਤਰੀਕੇ ਦੇ ਨਾਲ ਆਪਾਂ ਜੁਆਇੰਟ ਲਗਾਉਣਾ ਤੇ ਉਹਦੇ ਵਾਸਤੇ ਸਾਨੂੰ ਕਿਸ ਤਰੀਕੇ ਦਾ ਜਿਹੜਾ ਆਪਣਾ ਟਰੈਵਲ ਸਪੀਡ ਹੈ ਉਹਨੂੰ ਸੈੱਟ ਕਰਨਾ ਪਏਗਾ। ਉਸ ਤੋਂ ਅੱਗੇ ਹੈ ਜੀ ਗਨ ਐਂਗਲ ਕਿਸ ਐਂਗਲ ਤੇ ਰੱਖ ਕੇ ਸਾਨੂੰ ਗਨ ਚਲਾਉਣੀ ਪਏਗੀ ਕਿਉਂਕਿ ਡਿਪੈਂਡ ਕਰੇਗਾ ਜੇਕਰ ਸਾਡਾ ਐਂਗਲ ਸਹੀ ਹੈ ਤਾਂ ਸਾਡੀ ਵੈਲਡਿੰਗ ਜਿਹੜੀ ਉਹ ਵਧੀਆ ਹੋਏਗੀ। ਸੋ ਉਸ ਤੋਂ ਅੱਗੇ ਹੈ ਜੀ ਫਲੋ ਰੇਟ ਆਫ ਗੈਸ ਜਿਹੜਾ ਗੈਸ ਦਾ ਫਲੋ ਕਿੰਨਾ ਰੱਖਣਾ। ਸੋ ਆਪਾਂ ਦੇਖ ਰਹੇ ਹਾਂ ਕਿ ਇਹ ਆਪਣਾ ਜੁਆਇੰਟ ਜਿਹੜਾ ਫਸਟ ਡਾਇਗਰਾਮ ਦੇ ਵਿੱਚ ਕਿ ਆਪਾਂ ਨੇ ਉਸ ਪੁਆਇੰਟ ਦੇ ਉੱਪਰ ਜਿਹੜਾ ਫਿਲਰ ਟੀ ਜੁਆਇੰਟ ਲਗਾਉਣਾ ਤਾਂ ਉਸ ਜਗ੍ਹਾ ਦੇ ਵਿੱਚ ਆਪਾਂ ਜਿਹੜਾ ਜਦੋਂ ਪਹਿਲਾਂ ਡਾਇਗਰਾਮ ਤੇ ਵੇਖਿਆ ਕਿ ਉਸ ਜਗ੍ਹਾ ਤੇ ਆਪਾਂ ਜਿਹੜਾ ਕਿਨਾਰਾ ਐਜਿਸ ਉਹ ਪ੍ਰੋਪਰ ਬਣ ਚੁੱਕੀਆਂ ਨੇ। ਸੈਕਿੰਡ ਡਾਇਗਰਾਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਪ੍ਰੋਪਰ ਸੋਲਿਡਿਫਿਕੇਸ਼ਨ ਜਿਹੜੀ ਵੈਲਡ ਜੁਆਇੰਟ ਦੀ ਹੋਣ ਤੋਂ ਬਾਅਦ ਜਿਹੜਾ ਪ੍ਰੋਪਰ ਵੇ ਦੇ ਵਿੱਚ ਸਾਡਾ ਜਿਹੜਾ ਜੁਆਇੰਟ ਆ ਉਹ ਲੱਗ ਚੁੱਕਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਫਰੰਟ ਵਿਊ ਜਿਹੜਾ ਮੈਟਲ ਦਾ ਉਹ ਦਿਖਾਈ ਦੇਗਾ। ਇਹੀ ਪ੍ਰੋਪਰ ਹੈ ਜੀ ਵਾਇਰ ਫੀਡ ਸਿਸਟਮ ਜਿਹਦੇ ਵਿੱਚ ਪ੍ਰੋਪਰ ਆਪਾਂ ਦੇਖ ਰਹੇ ਹਾਂ ਵਾਇਰ ਜਿਹੜੀ ਉਹ ਫੀਡ ਕਰ ਰਹੀ ਹੈ।
ਜਿਹੜਾ wheel ਹੈ ਉਹ rotate ਕਰੇਗਾ, wheel जो rotate ਕਰੇਗਾ automatic, ਇਹ ਸਾਰੇ ਦਾ ਸਾਰਾ process system ਜਿਹੜਾ ਉਹ proper automatic ਹੈ ਜੀ। automatic process ਹੋਣ ਦੇ ਨਾਲ ਹੀ ਜਿਹੜਾ ਉਹ ਵਾਇਰ ਜਿਹੜੀ ਆ ਉਹ ਫੀਡ ਕਰੇਗੀ। जिस तरीके दे नाल आपां जॉइंट नूं लगावांगे ਉਹਦੇ ਵਾਸਤੇ ਸਾਨੂੰ ਫਲੋ ਦਾ ਪਲੱਸ ਜਿਹੜਾ ਸਾਨੂੰ ਮੈਟਲ ਦਾ ਡਾਇਆ, ਉਸ ਤੋਂ ਅੱਗੇ ਵਾਇਰ ਫੀਡ ਸਿਸਟਮ ਪਲੱਸ ਜਿਹੜਾ ਸਾਡਾ ਟ੍ਰਿਗਰ ਹੈ ਜਿਹਨੂੰ ਆਪਾਂ ਚਲਾ ਕੇ ਜੁਆਇੰਟ ਲਗਾਉਣਾ, ਆਰਕ ਜਨਰੇਟ ਕਰਨੀ ਆ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਪ੍ਰੋਪਰ ਵੇ ਦੇ ਵਿੱਚ ਪ੍ਰੋਪਰ ਸੈਟਅਪ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਨੇ। ਇਹਦੇ ਜਿਹੜੇ ਕੰਪੋਨੈਂਟ ਨੇ ਬੇਸਿਕਲੀ ਡਾਇਰੈਕਟ ਆਪਣੇ GD ਗੈਸ ਮੈਟਲ ਆਰਕ ਵੈਲਡਿੰਗ ਦੇ, that is DC or direct current power supply ਆਪਾਂ ਨੂੰ ਦਵਾਂਗੇ। ਇਲੈਕਟ੍ਰੋਡ ਜਿਹੜਾ ਸਾਡਾ ਉਹ ਵਾਇਰ ਫੀਡ ਕੰਟਰੋਲਰ ਕਰੇਗਾ, ਵਾਇਰ ਡਰਾਈਵ ਰੂਲਰ ਅਸੈਂਬਲੀ ਹੋਏਗੀ ਤੇ ਸ਼ੀਲਡਿੰਗ ਗੈਸ ਵਾਸਤੇ ਸਿਲੰਡਰ ਰੱਖਿਆ ਹੋਏਗਾ, ਰੈਗੂਲੇਟਰ ਰੱਖਿਆ ਹੋਏਗਾ ਤਾਂ ਜੋ ਆਪਾਂ ਜਿਹੜੀ ਸ਼ੀਲਡਿੰਗ ਗੈਸ ਹੈ ਉਹਨੂੰ ਈਜ਼ਲੀ ਜਿਹੜਾ ਉਹ ਮੇਨਟੇਨ ਕਰ ਸਕੀਏ। ਉਸ ਤੋਂ ਨੈਕਸਟ ਹੈ ਜੀ ਵਾਇਰ ਰੀਲ। ਵਾਇਰ ਰੀਲ ਦੇ ਉੱਪਰ ਕੀ ਹੈ, ਸਾਡੀ ਪ੍ਰੋਪਰ ਜਿਹੜੀ ਵਾਇਰ ਆ ਉਹ ਉਸ ਰੂਲਰ ਦੇ ਉੱਪਰ ਪ੍ਰੋਪਰ ਜਿਹੜੀ ਹੈ ਉਹ ਫੀਡ ਕੀਤੀ ਹੋਣੀ ਜ਼ਰੂਰੀ ਹੈ। ਜੇਕਰ ਸੈਕੰਡ ਥਿੰਗ ਕਿ ਜੇਕਰ ਆਪਾਂ ਵਾਇਰ ਦੇ ਵਿੱਚ ਸਪੋਜ਼ ਕਰੋ ਕਿਸੇ ਟਾਈਮ ਸਾਡੀ ਵਾਇਰ ਜਿਹੜੀ ਉਹ ਟੁੱਟ ਜਾਂਦੀ ਹੈ ਤਾਂ ਉਸ ਜਗ੍ਹਾ ਤੇ ਆਪਾਂ ਜੁਆਇੰਟ ਲਗਾ ਦੇਵਾਂਗੇ। ਜੇਕਰ ਜੋੜ ਲਗਾ ਦੇਵਾਂਗਾ ਤਾਂ ਲਗਾ ਦੇਵਾਂਗੇ ਤੇ ਥਰੂ ਵਾਇਰ ਫੀਡ ਸਿਸਟਮ ਉਹਦਾ ਜਿਹੜਾ ਇੰਟਰਨਲ ਡਾਇਆ ਉਹ ਇੰਨਾ ਹੀ ਸੈਂਸਿਟਿਵ ਤੇ ਇੰਨਾ ਕਿ ਪ੍ਰੋਪਰ ਟੋਲਰੈਂਸ ਫ੍ਰੀ ਹੁੰਦਾ ਹੈ ਕਿ ਆਪਾਂ ਜਿਹੜਾ ਜੋੜ ਹੈ ਉਹਦੇ ਵਿੱਚੋਂ ਦੀ ਪਾਸ ਨਹੀਂ ਕਰ ਸਕਦੇ। ਸਾਨੂੰ ਕੀ ਕਰਨਾ ਪਵੇਗਾ ਕਿ ਸਾਨੂੰ ਜਿਹੜਾ ਜਿੰਨੀ ਸਾਡੀ ਵਾਇਰ ਸਪੋਜ਼ ਕਰੋ ਟੁੱਟ ਗਈ ਹੈ ਕਿਸੇ ਕਾਰਨ ਕਰਕੇ ਜਾਂ ਕਿਸੇ ਕਾਰਨ ਕਰਕੇ ਸਾਡੀ ਉਹ ਪਿੱਛੋਂ ਹੀ ਡਿਫੈਕਟ ਵਿੱਚ ਆਈ ਆ ਤਾਂ ਸਾਨੂੰ ਉਹਨੂੰ ਰਿਮੂਵ ਕਰਨਾ ਪਏਗਾ। ਰਿਮੂਵ ਕਰਨ ਤੋਂ ਬਾਅਦ ਆਪਾਂ ਉਸ ਨੂੰ ਜਿਹੜਾ ਉਹ ਦੁਬਾਰਾ ਵਾਇਰ ਫੀਡ ਸਿਸਟਮ ਦੇ ਥਰੂ ਜਿਹੜਾ ਉਹਨੂੰ ਫੀਡ ਕਰ ਸਕਦੇ ਹਾਂ। In MIG welding, the consumable electrode is used। ਜੇਕਰ ਆਪਾਂ ਬੇਸਿਕਲੀ ਵੇਖੀਏ ਕਿ ਜਿਹੜਾ ਇਲੈਕਟ੍ਰੋਡ ਹੈ ਸਾਡਾ ਉਹ ਕੰਜ਼ਿਊਮੇਬਲ ਹੋਵੇ ਕਿ ਜਾਂ ਨਾਨ ਕੰਜ਼ਿਊਮੇਬਲ ਹੋਏ। ਜੇਕਰ ਇਲੈਕਟ੍ਰੋਡ ਸਾਡਾ ਜਿਹੜਾ ਉਹ ਕੰਜ਼ਿਊਮੇਬਲ ਹੈ, ਕਿਉਂਕਿ ਬੇਸਿਕਲੀ ਮਿਗ ਵੈਲਡਿੰਗ ਦੇ ਵਿੱਚ ਕੰਜ਼ਿਊਮੇਬਲ ਇਲੈਕਟ੍ਰੋਡ ਨੂੰ ਹੀ ਆਪਾਂ ਯੂਜ਼ ਕਰ ਸਕਦੇ ਹਾਂ ਤੇ ਸ਼ੀਲਡਿੰਗ ਗੈਸ ਵਾਸਤੇ ਸਾਡੇ ਕੋਲ ਹੀਲੀਅਮ, ਆਰਗਨ ਤੇ CO2 ਗੈਸ ਨੂੰ ਯੂਜ਼ ਕਰਨਾ ਹੈ। ਆਟੋਮੈਟਿਕ ਵਾਇਰ ਫੀਡ ਮੈਕੈਨਿਜ਼ਮ ਹੈ, ਇਹਦੇ ਵਿੱਚ ਆਪਾਂ ਨੂੰ ਕੋਈ ਨਹੀਂ ਹੈ ਕਿ ਬਾਰ-ਬਾਰ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜਿਹੜੀ ਵਾਇਰ ਦੀ ਸਪੀਡ ਹੈ ਜਿਹੜੀ ਵਾਇਰ ਦੀ ਸਪੀਡ ਹੈ ਉਹ ਡਿਪੈਂਡ ਕਰੇਗੀ ਵੋਲਟੇਜ ਦੇ ਉੱਪਰ, ਕਿੰਨੀ ਵੋਲਟੇਜ ਆਪਾਂ ਰੱਖੀ ਹੈ ਜੀ। ਬੇਸਿਕਲੀ ਇਹ ਜਿਹੜਾ ਪ੍ਰੋਸੈਸ ਹੈ ਇਹ DCEP ਡਾਇਰੈਕਟ ਕਰੰਟ ਇਲੈਕਟ੍ਰੋਡ ਪੋਜ਼ਿਟਿਵ ਜਿਹੜਾ ਇਹ ਪਰਫਾਰਮ ਕਰੇਗਾ। ਅਲਟਰਨੇਟਿਵ ਇਜ਼ ਨੈਵਰ ਯੂਜ਼ ਫॉर GMAW। ਇੱਕ ਚੀਜ਼ ਧਿਆਨ ਰੱਖਿਓ ਕਿ ਜਦੋਂ ਆਪਾਂ ਗੱਲ ਕੀਤੀ ਬਾਕੀ ਵੈਲਡਿੰਗ ਦੇ ਵਿੱਚ ਕਿ ਆਪਾਂ AC ਵੈਲਡਿੰਗ ਵੀ ਕਰ ਸਕਦੇ ਹਾਂ, DC ਵੀ ਕਰ ਸਕਦੇ ਹਾਂ, ਬਟ ਇਨ ਕੇਸ ਅਲਟਰਨੇਟਿਵ ਕਰੰਟ ਆਪਾਂ ਇਹਦੇ ਵਿੱਚ ਕਦੀ ਨਹੀਂ ਯੂਜ਼ ਕਰ ਸਕਦੇ। ਇਹ ਸਾਰੀਆਂ ਮਸ਼ੀਨਾਂ ਜਿਹੜੀਆਂ ਨੇ ਇਹ DC ਕੰਟਰੋਲ ਨੇ। ਸੋ ਗੈਸ ਮੈਟਲ ਆਰਕ ਵੈਲਡਿੰਗ ਹੀਲੀਅਮ ਹੈ, ਬੈਟਰ ਪੈਨੀਟ੍ਰੇਸ਼ਨ ਹੈ ਇਹਦੇ ਵਿੱਚ, ਮਿਨੀਮਮ ਡਿਸਟੋਰਸ਼ਨ ਹੈ, ਇਹ ਕਾਸਟਲੀ ਹੈ ਜੀ। ਆਰਗਨ ਜਿਹੜੀ ਹੈ ਉਹ ਗੁੱਡ ਇਲੈਕਟ੍ਰਿਸਿਟੀ ਪ੍ਰੋਪਰਟੀ ਹੈ ਉਹਦੇ ਵਿੱਚ, ਚੀਪ ਹੈ, ਸੁਪਰ ਆਕਸੀਡਾਈਜ਼ ਕਲੀਨਿੰਗ ਹੈ ਉਹਦੇ ਵਿੱਚ, ਡਿਊ ਟੂ ਇਟਸ ਸੌਫਟਰ ਆਰਕ ਐਂਡ ਲੈਸ ਪੈਨੀਟ੍ਰੇਸ਼ਨ ਇਟ ਇਜ਼ ਬੈਸਟ ਫॉर ਥਿਨ ਮੈਟਲਸ। ਮੋਟੀਆਂ ਮੈਟਲ ਵਾਸਤੇ ਵੀ ਆਪਾਂ ਬੇਸਿਕਲੀ ਇਹਨੂੰ ਯੂਜ਼ ਕਰ ਸਕਦੇ ਹਾਂ। ਇੱਕ ਇਹਦੇ ਵਿੱਚ ਜਿਹੜੀ ਆਪਾਂ ਗੈਸ ਯੂਜ਼ ਕਰ ਸਕਦੇ ਹਾਂ ਉਹਦੇ ਸਪੈਟਰਸ ਜਿਹੜੇ ਆ ਠੀਕ ਹੈ ਜੀ ਉਹ ਬਹੁਤ ਘੱਟ ਹੁੰਦੇ ਨੇ ਤਾਂ ਈਜ਼ਲੀ ਜਿਹੜਾ ਆਪਣੇ ਕੋਲ ਹੈਗੀ ਆ ਪ੍ਰੋਡਕਸ਼ਨ ਹੈ ਉਹ ਕਾਫੀ ਵਧੀਆ ਹੁੰਦੀ ਹੈ। ਸੋ ਮੋਡਸ ਆਫ ਟ੍ਰਾਂਸਫਰ, ਸ਼ਾਰਟ ਸਰਕਟ ਟ੍ਰਾਂਸਫਰ, ਗਲੋਬੂਲਰ ਟ੍ਰਾਂਸਫਰ, ਸਪਰੇਟ ਟ੍ਰਾਂਸਫਰ, ਪਲਸ ਸਪਰੇਟ ਟ੍ਰਾਂਸਫਰ। ਸੋ ਐਪਲੀਕੇਸ਼ਨ ਆਪਾਂ ਗੱਲ ਕਰੀਏ ਤਾਂ ਮਿਗ ਵੈਲਡਿੰਗ ਦੇ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ। ਮਿਗ ਵੈਲਡਿੰਗ ਦੀਆਂ ਬੇਸਿਕਲੀ ਐਪਲੀਕੇਸ਼ਨ ਜਿਹੜੀਆਂ ਨੇ ਉਹ ਆਪਾਂ ਯੂਜ਼ ਕਰ ਸਕਦੇ ਹਾਂ ਰਿਪੇਅਰ ਵਾਸਤੇ, ਆਟੋਮੋਟਿਵ ਸੈਕਟਰ ਦੇ ਵਿੱਚ, ਮੈਨੂਫੈਕਚਰਿੰਗ ਸੈਕਟਰ ਦੇ ਵਿੱਚ, ਜਾਂ ਆਪਾਂ ਗੱਲ ਕਰੀਏ ਰੇਲ ਰੋਡ ਟਰੈਕ ਵਿੱਚ ਉੱਥੇ ਵੀ ਇਹਨੂੰ ਯੂਜ਼ ਕਰ ਸਕਦੇ ਹਾਂ।
ਤੇ ਇਹ ਜਿਹੜੀ ਆਪਣੀ ਵੈਲਡਿੰਗ ਹੈ ਕਾਫੀ ਇਕਨੋਮਿਕਲੀ ਹੈ, ਇਹਦੇ ਵਿੱਚ ਈਜ਼ੀਲੀ ਅਫੋਰਡ ਕਰ ਸਕਦੇ ਆ। ਇੰਡਸਟਰੀ ਦੇ ਵਿੱਚ ਕਾਫੀ ਇਹਦਾ ਯੂਜ਼ ਹੁੰਦਾ ਹੈ। ਸੋ ਇਹਦੇ ਵਿੱਚ ਜਿਹੜੀ ਵੈਲਡਿੰਗ ਟੂਲ ਹੈ ਤੇ ਉਹ ਐਂਡ ਇਹ ਟੂਲ ਹੈ ਸਟੀਲਸ ਐਂਡ ਡਾਈਜ਼, ਵੈਲਡਿੰਗ ਟੂਲ ਸਟੀਲਸ ਐਂਡ ਡਾਈ। ਇਹਦੀ ਐਡਵਾਂਟੇजेस ਕੀ ਹੈ ਜੀ? ਫਲਕਸ ਦੀ ਜ਼ਰੂਰਤ ਨਹੀਂ ਸਾਨੂੰ ਪੈਂਦੀ, ਇਹਦੀ ਜਿਹੜੀ ਕੁਆਲਿਟੀ ਹੈ ਉਹ ਕਾਫੀ ਵਧੀਆ ਹੈ। ਵੈਲਡ ਜ਼ੋਨ ਜਿਹੜਾ ਸਾਨੂੰ ਈਜ਼ੀਲੀ ਇਹਦਾ ਅਵੇਲੇਬਲ ਹੁੰਦਾ, ਆਪਾਂ ਈਜ਼ੀਲੀ ਵੇਖ ਸਕਦੇ ਹਾਂ। ਪ੍ਰੋਪਰ ਜਿਹੜਾ ਕ੍ਰੈਕਸ ਹੈ ਉਹ ਨਹੀਂ ਹੁੰਦੇ ਇਹਦੇ ਵਿੱਚ, ਤੇ ਇਲੈਕਟ੍ਰੋਡ ਜਿਹੜਾ ਉਹ ਬਾਰ-ਬਾਰ ਸਾਨੂੰ ਇਹਦੇ ਵਿੱਚ ਚੇਂਜ ਨਹੀਂ ਕਰਨਾ ਪੈਂਦਾ। ਸੋ ਇਹਦੀ ਡਿਸਐਡਵਾਂਟੇजेस ਕੀ ਹੈ ਕਿ ਇਹਦਾ ਜਿਹੜਾ ਸਾਨੂੰ ਕਿਸੇ ਵੀ ਕੰਮ ਤੋਂ ਪਹਿਲਾਂ ਜਿਹੜਾ ਉਹਦਾ ਸਰਫੇਸ ਹੈ ਉਹ ਸਾਨੂੰ ਆਇਲ ਨਾਲ, ਗਰੀਸ, ਪੇਂਟ ਜੋ ਕੁਝ ਵੀ ਲੱਗਾ ਹੋਇਆ ਉਹਨੂੰ ਸਾਨੂੰ ਪਹਿਲਾਂ ਕਲੀਨ ਕਰਨਾ ਪਏਗਾ, ਕਿਉਂਕਿ ਉਹ ਜੇ ਲੱਗਾ ਹੋਏਗਾ ਤਾਂ ਸਾਡਾ ਜਿਹੜਾ ਵੈਲਡਿੰਗ ਹੈ ਉਹ ਵਧੀਆ ਨਹੀਂ ਹੋਏਗੀ। ਸੋ ਜਿਹੜਾ ਇਹਦਾ ਇਕਵਿਪਮੈਂਟ ਹੈ ਉਹ ਵੀ ਕਾਫੀ ਕਾਸਟਲੀ ਹੈ। ਇਹਨੂੰ ਲੈਸ ਪੋਰਟੇਬਲ ਵਨ ਹੈ, ਈਜ਼ੀਲੀ ਆਪਾਂ ਇਹਨੂੰ ਪੋਰਟ ਨਹੀਂ ਕਰ ਸਕਦੇ। ਸੋ ਮਿਗ ਵੈਲਡਿੰਗ ਤੇ ਟਿਗ ਵੈਲਡਿੰਗ ਦੇ ਵਿੱਚ ਡਿਫਰੈਂਸ ਕੀ ਹੈ ਜੀ? ਟਿਗ ਦਾ ਜਿਹੜਾ ਇਲੈਕਟ੍ਰੋਡ ਹੈ ਆਪਾਂ ਨੂੰ ਪਤਾ ਹੈ ਕਿ ਉਹ ਕੰਜ਼ਿਊਮੇਬਲ ਹੈ, ਮਿਗ ਦਾ ਜਿਹੜਾ ਵਾ ਉਹ ਕੰਜ਼ਿਊਮੇਬਲ ਹੈ। ਇਹਦੇ ਵਿੱਚ ਆਪਾਂ ਇਲੈਕਟ੍ਰੋਡ ਯੂਜ਼ ਕਰ ਸਕਦੇ ਹਾਂ, ਮਿਗ ਦੇ ਵਿੱਚ ਆਪਾਂ ਬੇਸਿਕਲੀ ਵਾਇਰ ਯੂਜ਼ ਕਰ ਸਕਦੇ ਹਾਂ। ਇਹਦੇ ਜਿਹੜੀ ਹੈ ਸਾਡੇ ਕੋਲ ਟਾਰਚ ਹੈ ਉਹ ਵਾਟਰ ਕੂਲਡ ਹੈ। ਜਿਹੜੀ ਮਿਗ ਹੈ ਉਹਦੇ ਵਿੱਚ ਟਾਰਚ ਹੈ ਵਾਟਰ ਕੂਲਡ ਵੀ ਹੈ ਤੇ ਨਾਲ 에ਅਰ ਕੂਲਡ ਵੀ ਹੈ। ਸੋ ਜਿਹੜੀਆਂ ਸਾਡੇ ਕੋਲ ਥਿਨ ਪਲੇਟਸ ਨੇ ਆਪਾਂ ਨੂੰ ਟਿਗ ਦੇ ਨਾਲ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਮਿਗ ਦੇ ਵਿੱਚ ਆਪਾਂ ਥਿਨ ਐਂਡ ਥਿਕ ਦੋਨਾਂ ਨੂੰ ਹੀ ਯੂਜ਼ ਕਰ ਸਕਦੇ ਹਾਂ। ਫਿਲਰ ਰੋਡ ਜਿਹੜਾ ਟਿਗ ਦੇ ਵਿੱਚ ਸਾਡੇ ਕੋਲ ਰਿਕੁਆਇਰਡ ਹੈ ਤੇ ਮਿਗ ਦੇ ਵਿੱਚ ਸਾਡੇ ਕੋਲ ਫਿਲਰ ਰੋਡ ਜਿਹੜਾ ਉਹ ਰਿਕੁਆਇਰਡ ਨਹੀਂ ਹੈਗਾ। ਸੋ ਥੈਂਕ ਯੂ ਸੋ ਮਚ। Any query? पापा जी, पापा जी, पापा जी, पापा जी।